ਸਾਹਿਬ ਜੀ ਦੇ ਇਹ ਪਾਵਨ ਬਚਨ, ਕਬੀਰ ਬਿਕਾਰ ਹੈ ਚਿਤਵਤੇ, ਝੂਠੇ ਕਰਤੇ ਆਸ, ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਕਬੀਰ ਸਾਹਿਬ ਜੀ ਦੇ ਇਸ ਪਾਵਨ ਸ਼ਲੋਕ ਤੇ ਜੇ ਅਸੀਂ ਅਖਰੀ ਅਰਥ ਪਹਿਲਾਂ ਸਮਝ ਲੈਂਦੇ ਹਾਂ ਤੇ ਇਸ ਤੋਂ ਬਾਅਦ ਅਸੀਂ ਇਹਦੇ ਭਾਵ ਅਰਥ ਔਰ ਜਿਹੜੇ ਸ਼ਬਦਿਕ ਅਰਥ ਔਰ ਭਾਵ ਅਰਥ ਸਮਝਣ ਦਾ ਯਤਨ ਕਰਾਂਗੇ। ਵਿਕਾਰਾਂ ਦਾ ਮਤਲਬ ਹੈ ਵਿਕਾਰ, ਯਾਨੀ ਕਿ ਜਿਹੜੇ ਭੈੜੇ ਕੰਮ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਮਨੁੱਖ ਕਰਦਾ ਹੈ। ਵਿਕਾਰ ਹੈ ਚਿਤਵਤੇ ਦਾ ਮਤਲਬ ਹੁੰਦਾ ਹੈ ਕਿ ਭੈੜੇ ਕੰਮ ਕਰਨ ਦੀਆਂ ਸੋਚਾਂ ਸੋਚਣਾ, ਮਨ ਦੇ ਅੰਦਰ ਉਹ ਸੋਚਾਂ ਸੋਚਣਾ। ਮਨੋਰਥ ਕੋਈ ਨਾ ਪੂਰਿਓ, ਚਾਲੇ ਊਠ ਨਿਰਾਸ। ਮਨੋਰਥ ਦਾ ਮਤਲਬ ਹੈ, ਦੋ ਸ਼ਬਦਾਂ ਦਾ ਇਹ ਸੁਮੇਲ ਹੈ ਜਦੋਂ ਇਹਦੀ ਆਪਾਂ ਸੰਧੀ ਵਿਛੇਦ ਕਰਦੇ ਹਾਂ। ਮਨੋ ਪਲਸ ਰਥ, ਯਾਨੀ ਕਿ ਮਨ ਦੀ ਭੱਜ ਦੌੜ, ਮਨ ਦਾ ਰਥ, ਮਨੋਰਥ ਮਨ ਦਾ ਰਥ, ਮਨ ਦੀ ਭੱਜ ਦੌੜ, ਮਨ ਦੀ ਉਹ ਆਸ ਜਿਸ ਦੀ ਖਾਤਰ ਦੌੜ ਭੱਜ ਅਸੀਂ ਕਰਦੇ ਹਾਂ। ਤੇ ਨਿਰਾਸ਼ ਦਾ ਮਤਲਬ ਹੈ ਨਿਰਾਸ, ਆਸ ਪੂਰੀ ਹੋਣ ਤੋਂ ਬਿਨਾਂ ਹੀ ਦਿਲ ਦੀਆਂ ਆਸਾਂ ਨਾਲ ਹੀ ਲੈ ਕੇ ਚਲੇ ਜਾਣਾ, ਭਾਵ ਨਿਰਾਸ਼ ਹੋ ਜਾਣਾ। ਉਹ ਆਸਾਂ ਪੂਰੀਆਂ ਨਾ ਹੋਣੀਆਂ, ਉਸ ਨੂੰ ਅਸੀਂ ਕਹਿੰਦੇ ਹਾਂ ਨਿਰਾਸ, ਜਿਸ ਨੂੰ ਅਸੀਂ ਨਿਰਾਸ ਤੇ ਨਿਰਾਸ਼ ਸ਼ਬਦ ਦੇ ਰੂਪ ਦੇ ਵਿੱਚ ਵੀ ਬੋਲਦੇ ਤੇ ਸੁਣਦੇ ਹਾਂ ਜੀ। ਹੁਣ ਇਸ ਕਬੀਰ ਸਾਹਿਬ ਜੀ ਦੇ ਸ਼ਲੋਕ ਦੇ ਜਿਹੜੇ ਅਰਥ ਨੇ, ਕਿ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਹੇ ਕਬੀਰ, ਜੋ ਮਨੁੱਖ ਡੁਐਲਿਟੀ, ਦ્વੈਤ ਦੋਏ ਵਿੱਚ ਫਸ ਕੇ ਰੱਬ ਜੀ ਦੇ ਸਿਮਰਨ ਯਾਨੀ ਕਿ ਉਹਨਾਂ ਦੇ ਗੁਣਾਂ ਦਾ ਗਾਇਨ ਔਰ ਉਹਨਾਂ ਨੂੰ ਆਤਮਸਾਤ ਨਹੀਂ ਕਰਦਾ, ਜੋ ਸਦਾ ਭੈੜੇ ਕੰਮ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਤੇ ਜੋ ਇਹਨਾਂ ਦੁਨਿਆਵੀ ਨਾਸ਼ਵੰਤ ਪਦਾਰਥ, ਜੋ ਕਿ ਪਦਾਰਥ ਖਤਮ ਹੋਣ ਵਾਲੇ ਪਦਾਰਥ ਨੇ, ਨਾਸ਼ਵੰਤ ਨੇ, ਜੋ ਮਨ ਵਿੱਚ ਹਮੇਸ਼ਾ ਉਹਨਾਂ ਦੀਆਂ ਚਿਤਵਨੀਆਂ ਚਿਤਵਦਾ ਹੈ, ਭਾਵ ਉਹਨਾਂ ਦੀਆਂ ਮਨ ਵਿੱਚ ਹਮੇਸ਼ਾ ਤਾਂਘਾਂ, ਆਸ ਔਰ ਉਹਨਾਂ ਨੂੰ ਪ੍ਰਾਪਤ ਕਰਨ ਦੀ ਚਾਹਤ ਰੱਖਦਾ ਹੈ, ਉਹ ਮਨੁੱਖ ਇੱਥੇ ਉਹ ਸਾਰੀਆਂ ਆਸਾਂ ਲੈ ਕੇ ਇਸ ਜੀਵਨ ਦੇ ਵਿੱਚੋਂ, ਇਸ ਜਹਾਨ ਦੇ ਵਿੱਚੋਂ ਨਿਰਾਸ਼ ਹੀ ਚਲਾ ਜਾਂਦਾ ਹੈ। ਉਹਦੀ ਕੋਈ ਐਸੀ ਆਸ ਪੂਰੀ ਨਹੀਂ ਹੁੰਦੀ। ਉਹ ਕਿਸੇ ਵੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਜਿਹੜੀ ਉਹ ਦੌੜ ਭੱਜ ਹੈ, ਮਨ ਦੀ ਜਿਹੜੀ ਭੁੱਖ ਹੈ, ਮਨ ਦੀ ਜਿਹੜੀ ਤ੍ਰਿਸ਼ਨਾਵਾਂ, ਆਸ਼ਾਵਾਂ ਨੇ, ਇਹ ਖਤਮ ਨਹੀਂ ਹੁੰਦੀਆਂ। ਇਹ ਆਸ਼ਾ ਹੋਰ ਵੱਧਦੀ ਜਾਂਦੀ ਹੈ। ਜਿਵੇਂ ਕਿ ਅਸੀਂ ਪਿਛਲੇ ਸ਼ਲੋਕਾਂ ਤੋਂ ਹੀ ਇਹ ਵਿਚਾਰ ਕਰਦੇ ਆ ਰਹੇ ਹਾਂ ਕਿ ਕਬੀਰ ਸਾਹਿਬ ਜੀ ਦੇ ਇਹ ਪਾਵਨ ਸ਼ਲੋਕ ਮਨ ਦੇ ਨਾਲ, ਸਾਡੀ ਮੈਂਟਲ ਸਟੇਟ ਦੇ ਨਾਲ, ਸਾਡੇ ਮਾਨਸਿਕਤਾ ਦੇ ਨਾਲ, ਗਹਿਨਤਾ ਦੇ ਨਾਲ ਜੋੜ ਕੇ ਕਬੀਰ ਸਾਹਿਬ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਹਰ ਇੱਕ ਮਨੁੱਖ ਮਾਤਰ ਨੂੰ ਆਪਣੀ ਮਾਨਸਿਕ ਦਸ਼ਾ ਨੂੰ ਵੇਖਣ ਦੀ ਲੋੜ ਹੈ। ਹਰ ਇੱਕ ਮਨੁੱਖ ਮਾਤਰ ਨੂੰ ਆਪਣੇ ਮਨ ਦੀ ਹਾਲਾਤ ਜਾਣਨ ਦੀ ਲੋੜ ਹੈ ਕਿ ਸਾਡਾ ਮਨ, ਸਾਡੀ ਮਾਨਸਿਕਤਾ, ਸਾਡੀ ਮੈਂਟੈਲਿਟੀ, ਸਾਡੀ ਸੋਚ, ਸਾਡਾ ਬਿਲੀਫ ਸਿਸਟਮ, ਸਾਡੇ ਥਾਟਸ ਕਿੱਥੇ ਖੜੇ ਨੇ ਔਰ ਅਸੀਂ ਇਸ ਜਗਤ ਦੇ ਅੰਦਰ ਕਿਹੜੀ ਵਿਚਾਰਧਾਰਾ ਦੇ ਨਾਲ ਆਪਣਾ ਜੀਵਨ ਜੀ ਰਹੇ ਹਾਂ। ਕਿਤੇ ਝੂਠੇ ਆਸ਼ ਜਿਹੜੇ ਪਦਾਰਥ ਨੇ, ਯਾਨੀ ਕਿ ਜਿਹੜੇ ਖਤਮ ਹੋਣ ਵਾਲੇ ਪਦਾਰਥ ਨੇ, ਕਿਤੇ ਮਨ ਉਹਨਾਂ ਦੀ ਵਾਰ-ਵਾਰ ਮੰਗ ਤੇ ਨਹੀਂ ਕਰਦਾ, ਕਿਤੇ ਮਨ ਦੇ ਅੰਦਰ ਵਾਰ-ਵਾਰ ਇਹ ਤਾਂਘਾਂ ਪੈਦਾ ਤੇ ਨਹੀਂ ਹੁੰਦੀਆਂ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਇਹ ਪਦਾਰਥ ਚਾਹੀਦਾ ਹੈ, ਔਰ ਉਸ ਪਦਾਰਥ ਦੇ ਨੂੰ ਅਚੀਵ ਕਰਨ ਦੇ ਵਾਸਤੇ, ਉਸ ਪਦਾਰਥ ਨੂੰ ਪ੍ਰਾਪਤ ਕਰਨ ਦੇ ਵਾਸਤੇ, ਉਸ ਇੱਕ ਮਟੀਰੀਅਲ ਨੂੰ ਪ੍ਰਾਪਤ ਕਰਨ ਦੇ ਵਾਸਤੇ ਕਿ ਮੈਂ ਲਗਾਤਾਰਤਾ ਦੇ ਨਾਲ ਮੇਰਾ ਮਨ ਭੱਜਦਾ ਫਿਰਦਾ ਤੇ ਨਹੀਂ ਔਰ ਮੇਰੀ ਸਾਰੀ એનર્ਜੀ ਉਹਦੇ ਵਿੱਚ ਵੇਸਟ ਤੇ ਨਹੀਂ ਹੁੰਦੀ। ਕਬੀਰ ਸਾਹਿਬ ਜੀ ਇਹ ਸਾਨੂੰ ਸਮਝਾਣਾ ਕਰਦੇ ਨੇ, ਨਾਲ ਹੀ ਸਾਨੂੰ ਇਹ ਸਮਝਾ ਵੀ ਦਿੰਦੇ ਨੇ, ਕਹਿੰਦੇ ਨੇ ਕਿ ਮੰਨ ਲਓ ਕਿ ਤੁਸੀਂ ਇੱਕ ਮਟੀਰੀਅਲ ਜਿਹਦੇ ਵਾਸਤੇ ਤੁਹਾਡੀ ਆਸ ਹੈ, ਮਨ ਆਸ ਕਰਦਾ ਹੈ ਕਿ ਮੈਨੂੰ ਇਹ ਮਟੀਰੀਅਲ ਚਾਹੀਦਾ ਹੈ, ਕਿ ਮੰਨ ਲਓ ਇੱਕ ਕਾਰ ਚਾਹੀਦੀ ਹੈ, ਸਾਨੂੰ ਪੋਰਸ਼ੇ ਕਾਰ ਚਾਹੀਦੀ ਹੈ, ਮਰਸੀਡੀਜ਼ ਚਾਹੀਦੀ ਹੈ, ਜਾਂ ਸਾਨੂੰ ਫਰਾਰੀ ਚਾਹੀਦੀ ਹੈ। ਮਨ ਵਿੱਚ ਆਸ ਆ ਗਈ ਔਰ ਉਸ ਆਸ ਦੇ ਕਰਕੇ ਬੰਦੇ ਨੇ ਮਿਹਨਤ ਵੀ ਬੜੀ ਕੀਤੀ, ਜੀ ਤੋੜ ਮਿਹਨਤ ਕੀਤੀ, ਤੇ ਉਹ ਉਸ ਮਰਾਤਬੇ ਤੇ ਪਹੁੰਚ ਵੀ ਗਿਆ ਕਿ ਉਹ ਉਸ ਮਹਿੰਗੀ ਲਗਜ਼ਰੀ ਕਾਰ
ਨੂੰ ਰੋਲਸ ਰਾਇਸ ਕਾਰ ਹੈ, ਉਹਨੂੰ ਲੈਣ ਦਾ ਉਹਦੇ ਅੰਦਰ ਇੰਨੀ ਉਹਦੇ ਕੋਲ ਇੰਨਾ ਸਰਮਾਇਆ ਵੀ ਇਕੱਤਰ ਹੋ ਗਿਆ ਕਿ ਉਸਨੇ ਉਸ ਕਾਰ ਨੂੰ ਲੈ ਵੀ ਲਿਆ। ਪਰ ਕੀ ਇਸ ਤੋਂ ਬਾਅਦ ਉਹਦੀ ਕੋਈ ਮਨ ਦੀਆਂ ਜਿਹੜੀਆਂ ਆਸ਼ਾਵਾਂ ਨੇ, ਮਨ ਦੀਆਂ ਜਿਹੜੀਆਂ ਇੱਛਾਵਾਂ ਨੇ, ਕੀ ਖਤਮ ਹੋ ਜਾਣਗੀਆਂ? ਕਿ ਮਨ ਹੋਰ ਨਹੀਂ ਮੰਗੇਗਾ? ਇੱਥੇ ਬਸ ਨਹੀਂ, ਇੱਥੇ ਇਹ ਨਹੀਂ ਕਹਿ ਸਕਦੇ ਕਿ ਮਨ ਦੀ ਆਸ ਖਤਮ ਹੋ ਗਈ। ਕਬੀਰ ਸਾਹਿਬ ਜੀ ਸਾਨੂੰ ਇਹ ਐਗਜ਼ਾਮਪਲ ਦਿੰਦੇ ਨੇ ਕਿ ਇਹ ਤੇ ਜਦੋਂ ਤੱਕ ਅਸੀਂ ਖਤਮ ਨਹੀਂ ਹੋ ਜਾਂਦੇ, ਮਰ ਨਹੀਂ ਜਾਂਦੇ, ਤੇ ਇਹ ਮਨ ਦੀਆਂ ਆਸਾਵਾਂ ਜਿਹੜੀਆਂ ਨੇ ਇਹ ਕਦੇ ਵੀ ਨਹੀਂ ਖਤਮ ਹੁੰਦੀ। ਇਹ ਮਨ ਦੀ ਜਿਹੜੀ ਦੌੜ ਭੱਜ ਲੱਗੀ ਰਹਿੰਦੀ ਹੈ, ਇਹ ਕਦੇ ਖਤਮ ਹੋ ਹੀ ਨਹੀਂ ਸਕਦੀ। ਗੁਰਬਾਣੀ ਦੇ ਅੰਦਰ ਬੇਅੰਤ ਥਾਵਾਂ ਤੇ ਸਾਨੂੰ ਆਸ ਬਾਰੇ ਦੱਸਿਆ ਗਿਆ ਹੈ, ਸਮਝਾਇਆ ਗਿਆ ਹੈ, ਔਰ ਬੜੀ ਗਹਿਰੇ ਤਲ ਦੇ ਉੱਤੇ ਜਾ ਕੇ ਗੁਰਬਾਣੀ ਦੇ ਅੰਦਰ ਸਾਨੂੰ ਬੜੀ ਡੀਪ ਸਟੱਡੀ ਦੇ ਨਾਲ ਸਾਨੂੰ ਇਹ ਬਾਤ ਸਮਝਾਈ ਗਈ ਕਿ ਜਿਹੜਾ ਮਨੁੱਖ ਹੈ, ਇਹਦਾ ਜਨਮ ਹੀ ਅਸਲ ਦੇ ਵਿੱਚ ਆਸਾ ਦੇ ਵਿੱਚ ਹੁੰਦਾ ਹੈ, ਆਸ ਦੇ ਵਿੱਚ ਹੁੰਦਾ ਹੈ। ਇਹਨਾਂ ਆਸ਼ਾਵਾਂ ਦੇ ਵਿੱਚ ਮਨ ਦਾ ਜਿਹੜਾ ਜਨਮ ਹੈ, ਵਿਕਾਸ ਹੈ, ਇੱਥੋਂ ਇਹਦੀ ਸ਼ੁਰੂਆਤ ਹੁੰਦੀ ਹੈ। ਗੁਰਬਾਣੀ ਦਾ ਪ੍ਰਮਾਣ ਹੈ, ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ, ਆਸਾ ਬੰਦ ਚਲਾਈਐ, ਮੂੰਹ ਮੂੰਹ ਚੋਟਾਂ ਖਾਏ। ਇਹ ਆਸ ਦੇ ਵਿੱਚ ਹੀ ਜੰਮਦਾ ਹੈ ਤੇ ਉਸ ਆਸਾਂ ਦੇ ਵਿੱਚ ਹੀ ਨਾ ਇਹ ਸਾਰੇ ਰਸ ਕਸਾਂ ਨੂੰ ਮਾਣਦਾ ਹੈ। ਜਿਹੜੇ ਝੂਠੇ ਪਦਾਰਥ ਨੇ, ਜਿਹੜੇ ਉਹਨਾਂ ਪਦਾਰਥਾਂ ਦੇ ਕਰਕੇ ਇਹ ਵਿਕਾਰ ਕਰਦਾ ਹੈ, ਇਹ ਭੈੜੇ ਕੰਮ ਕਰਦਾ ਹੈ, ਇਹ ਭੈੜੀ ਸੋਭਤ ਦੇ ਵਿੱਚ ਚਲਾ ਜਾਂਦਾ ਹੈ, ਔਰ ਉਹ ਸਾਰੇ ਉਹ ਕੰਮ ਕਰਦਾ ਹੈ ਜਿਹੜੇ ਨਾ ਕਰਨ ਯੋਗ ਨੇ, ਉਹਨਾਂ ਆਸਾਵਾਂ ਨੂੰ ਪੂਰੀਆਂ ਕਰਨ ਦੇ ਵਾਸਤੇ। ਪਰ ਆਖਰ ਨੂੰ ਉਹਦੇ ਅੰਦਰ ਫਸ ਕੇ ਇੰਨਾ ਜਕੜਿਆ ਜਾਂਦਾ ਹੈ, ਉਹਨਾਂ ਦੇ ਅੰਦਰ ਇੰਨਾ ਕੈਦੀ ਬਣ ਜਾਂਦਾ ਹੈ ਕਿ ਇਹ ਜਗਤ ਦੇ ਅੰਦਰ ਮੂੰਹੇ ਮੂੰਹ ਚੋਟਾ ਖਾ ਕੇ, ਯਾਨੀ ਕਿ ਜਗਤ ਦੇ ਵਿੱਚ ਦੁੱਖ ਭੋਗ ਕੇ ਇਸ ਜਹਾਨ ਨੂੰ ਤਿਆਗ ਕੇ ਛੱਡ ਕੇ ਚਲਾ ਜਾਂਦਾ ਹੈ। ਕਈ ਧਾਰਮਿਕ ਆਗੂਆਂ ਨੇ ਜਾਂ ਕਈ ਫਲਸਫਿਆਂ ਨੇ, ਕਈ ਜਿਹੜੀ ਰਿਲੀਜੀਅਸ ਫਿਲਾਸਫੀ ਸੀਗੀ, ਉਹਨਾਂ ਨੇ ਕੀ ਕਿਹਾ ਕਿ ਉਹਨਾਂ ਨੇ ਕਿਹਾ ਚਲੋ ਮੰਨ ਲੈਂਦੇ ਹਾਂ ਕਿ ਮਨ ਦੀ ਇਹ ਆਸ਼ਾਵਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਪਰ ਇਹਨੂੰ ਜਬਰੀ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਇੱਕ ਚੰਗੀ ਇਸਤਰੀ ਦੀ ਆਸ ਹੁੰਦੀ ਹੈ ਤੇ ਚਲੋ ਇਸਤਰੀ ਦਾ ਤਿਆਗ ਕਰ ਦਿੰਦੇ ਹਾਂ, ਸ਼ਾਇਦ ਇਹ ਆਸ ਖਤਮ ਹੋ ਜਾਵੇ। ਇਸਤਰੀ ਦਾ ਤਿਆਗ ਕਰ ਦਿੱਤਾ ਤੇ ਇਸਤਰੀ ਦਾ ਤਿਆਗ ਕਰਕੇ ਜੰਗਲਾਂ ਦੇ ਵਿੱਚ ਚਲੇ ਗਏ। ਉਹਨਾਂ ਨੇ ਕਿਹਾ ਵੀ ਚੰਗੇ ਘਰਾਂ ਦੀ ਲੋਕਾਂ ਨੂੰ ਆਸ ਹੁੰਦੀ ਹੈ ਤੇ ਲੋਕ, ਉਹਨਾਂ ਨੇ ਕਿਹਾ ਚਲੋ ਘਰ ਵੀ ਤਿਆਗ ਦਿੰਦੇ ਨੇ, ਘਰ ਵੀ ਤਿਆਗ ਦਿੱਤੇ। ਫਿਰ ਕਿਸੇ ਨੇ ਕਿਹਾ ਕਿ ਵਸਤਰਾਂ ਦੀ ਆਸ ਹੁੰਦੀ ਹੈ, ਉਹਨਾਂ ਨੇ ਕਿਹਾ ਚਲੋ ਵਸਤਰ ਵੀ ਤਿਆਗ ਦਿੰਦੇ ਆ, ਵਸਤਰ ਵੀ ਤਿਆਗ ਦਿੱਤੇ। ਚੰਗੀ ਜੁੱਤੀ ਦੀ ਆਸ ਹੁੰਦੀ ਹੈ, ਚੰਗੀ ਚੱਪਲ ਦੀ ਆਸ ਹੁੰਦੀ ਹੈ, ਉਹ ਵੀ ਤਿਆਗ ਦਿੱਤੀ। ਕਹਿਣ ਤੋਂ ਭਾਵ ਕਿ ਜਿੰਨੀਆਂ ਮਨ ਦੀਆਂ ਇੱਛਾਵਾਂ ਸਨ ਉਹ ਸਾਰਾ ਕੁਝ ਤਿਆਗ ਦਿੱਤਾ ਤੇ ਤਿਆਗ ਕੇ ਜੰਗਲਾਂ ਦੇ ਵਿੱਚ ਚਲੇ ਗਏ। ਪਰ ਨਾਲ ਹੀ ਇਹ ਮਨ ਵਿੱਚ ਇਹ ਆਸ ਰੱਖ ਲਈ, ਦੇਖੋ ਇਹ ਇਸ ਤੋਂ ਵੀ ਇੱਕ ਭਿਆਨਕ ਆਸ ਰੱਖ ਲਈ ਕਿ ਜੇ ਮੈਂ ਇਸ ਜਗਤ ਦੇ ਅੰਦਰ ਸਾਰਾ ਕੁਝ ਤਿਆਗ ਦਿੱਤਾ, ਸਾਰਾ ਕੁਝ ਛੱਡ ਦਿੱਤਾ, ਮਨ ਦੀਆਂ ਆਸ਼ਾਵਾਂ ਨੂੰ ਖਤਮ ਕਰ ਲਿਆ, ਜ਼ਬਰਦਸਤੀ ਖਤਮ ਕਰ ਲਿਆ, ਤੇ ਕੀ ਹੋਏਗਾ ਕਿ ਮੈਨੂੰ ਸਵਰਗ ਵਿੱਚ ਜਾ ਕੇ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ, ਉਹ ਜਿਹੜੀਆਂ ਮਨ ਦੀਆਂ ਮੇਰੀਆਂ ਇੱਛਾਵਾਂ ਨੇ, ਮੇਰੀ ਡਿਜ਼ਾਇਰਸ ਨੇ, ਉਹ ਜਿਹੜੀਆਂ ਡਿਜ਼ਾਇਰਸ ਮੇਰੀਆਂ ਇਸ ਜਨਮ ਦੀਆਂ ਨੇ ਨਾ, ਉਹ ਸਵਰਗ ਵਿੱਚ ਜਾ ਕੇ ਮਰਨ ਤੋਂ ਬਾਅਦ ਪੂਰੀਆਂ ਹੋ ਜਾਣਗੀਆਂ। ਜੇ ਮੈਂ ਇੱਥੇ ਇਸਤਰੀ ਦਾ ਤਿਆਗ ਕੀਤਾ ਤੇ ਮੈਨੂੰ ਉੱਤੇ ਅਪਸ਼ਰਾਵਾਂ ਮਿਲਣਗੀਆਂ। ਜੇ ਮੈਂ ਇੱਥੇ ਔਰਤ ਦਾ ਤਿਆਗ ਕਰ ਦਿੱਤਾ ਤੇ ਉੱਥੇ ਜਾ ਕੇ ਮੈਨੂੰ ਹੂਰਾਂ ਮਿਲਣਗੀਆਂ। ਜਿਵੇਂ ਇਸਲਾਮਿਕ ਜਿਹੜੇ ਥਾਟ ਵਿੱਚ, ਸਕੂਲ ਆਫ ਥਾਟ ਵਿੱਚ ਇਹ ਬਾਤ ਆਉਂਦੀ ਹੈ ਕਿ ਮਰਨ ਤੋਂ ਬਾਅਦ ਉੱਥੇ ਹੂਰਾਂ ਮਿਲਣਗੀਆਂ, 72 ਹੂਰਾਂ ਦਾ ਜ਼ਿਕਰ ਹੁੰਦਾ ਹੈ, ਜਾਂ ਬਹੁਤ ਸਾਰੀਆਂ ਹੂਰਾਂ ਦਾ, ਸੁੰਦਰਤਾ ਦੇ ਨਾਲ ਭਰੀਆਂ ਹੋਈਆਂ ਉਹ ਹੂਰਾਂ ਦਾ ਜ਼ਿਕਰ ਕਰਦੇ ਨੇ। ਇੱਥੇ ਮੈਂ ਨਸ਼ਾ ਤਿਆਗ ਦਿੱਤਾ, ਇੱਥੇ ਮੈਂ ਸ਼ਰਾਬ ਤਿਆਗ ਦਿੱਤੀ, ਇੱਥੇ ਮੈਂ ਮਦਰਾ ਦਾ ਸੇਵਨ ਨਹੀਂ ਕਰਦਾ, ਨਸ਼ਾ ਤਿਆਗ ਦਿੱਤਾ ਮੈਂ। ਤੇ ਕੀ ਹੋਇਆ ਕਿ ਮੈਨੂੰ ਉਹ ਸਵਰਗ ਵਿੱਚ ਜਾ ਕੇ ਉਹ ਮੇਰੇ ਮਨ ਦੀ ਖੁਰਾਕ ਜਿਹੜੀ ਹੈ, ਉਹ ਡਿਜ਼ਾਇਰ ਪੂਰੀ ਕਰਨ ਦਾ ਪੂਰਾ ਮੌਕਾ ਮਿਲਣਾ ਹੈ। ਉੱਥੇ ਤੇ ਫਿਰ ਮੁੜ ਕੇ ਮੌਤ ਨਹੀਂ ਹੋਣੀ ਨਾ, ਫਿਰ ਮੈਂ ਉੱਥੇ ਜਾ ਕੇ ਜਿੰਨੀ ਮਰਜ਼ੀ ਸ਼ਰਾਬ ਪੀਵਾਂ, ਸੁਰਾਪਾਨ ਕਰਾਂ, ਮਦਰਾ ਪਾਨ ਕਰਾਂ, ਉੱਥੇ ਮੈਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ, ਕਿਉਂਕਿ ਉੱਥੇ ਤੇ ਨਦੀਆਂ ਵਹਿ ਰਹੀਆਂ ਨੇ ਸਾਰੀਆਂ ਚੀਜ਼ਾਂ ਦੀਆਂ, ਕਲਪਿਤ ਇਹ ਚੀਜ਼ਾਂ ਕਲਪਿਤ ਕਰ ਲਿੱਤੀਆਂ ਗਈਆਂ। ਕਿ ਇੱਥੇ ਮੈਂ ਸੋਨੇ ਚਾਂਦੀ ਦਾ ਤਿਆਗ ਕਰ ਦਵਾਂਗਾ, ਉੱਥੇ ਤੇ ਸਾਰਾ ਕੁਝ, ਇਹਨਾਂ ਸਾਰਿਆਂ ਦੇ ਦਰਿਆ ਵਗ ਰਹੇ ਨੇ। ਸੋ ਇੱਥੇ ਮੈਂ ਇੱਕ ਘਰ ਦਾ ਤਿਆਗ ਕਰਾਂਗਾ, ਉੱਥੇ ਮੇਰੇ ਵਾਸਤੇ ਮਹਿਲ ਤਿਆਰ ਨੇ, ਸੋਨੇ ਦੇ ਮਹਿਲ, ਹੀਰਿਆਂ ਦੇ ਮਹਿਲ, ਜਿਹੜੇ ਕਿ ਬੜੇ ਸੋਹਣੇ ਸੋਹਣੇ ਆਭੂਸ਼ਣਾਂ ਦੇ ਨਾਲ ਜੜੇ ਨੇ, ਉਹਨਾਂ ਮਹਿਲਾਂ ਦੇ ਵਿੱਚ ਜਾ ਕੇ ਮੈਂ ਰਵਾਂਗਾ। ਸੋ ਮਰਨ ਤੋਂ ਬਾਅਦ ਇੱਕ ਆਸ ਜਿਹੜੀ ਹੈ ਮਨ ਦੀ,
ਉਹ ਕਲਪਿਤ ਕਰ ਲਿੱਤੀ ਗਈ। ਲੇਕਿਨ ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਦੋ ਤਰ੍ਹਾਂ ਦੇ ਇਹ ਸੋਚ ਹੈ ਵੇਖੋ ਮਨ ਦੀ, ਇੱਕ ਤੇ ਕਿ ਜਿਨ੍ਹਾਂ ਨੇ ਬਿਲਕੁਲ ਹੀ ਤਿਆਗ ਦਿੱਤਾ, ਬਿਲਕੁਲ ਹੀ ਛੱਡ ਦਿੱਤਾ, ਤੇ ਦੂਜੇ ਉਹ ਲੋਕ ਸੀਗੇ ਕਿ ਜਿਨ੍ਹਾਂ ਨੇ ਕਹਿ ਦਿੱਤਾ ਕਿ ਇਹ ਜਗ ਮਿੱਠਾ ਅਗਲਾ ਕਿਨ ਡੇਠਾ। ਹੁਣ ਦੂਜੀ ਅਵਸਥਾ ਉਹਨਾਂ ਲੋਕਾਂ ਦੀ ਹੈ ਜਿਹੜੇ ਕਹਿੰਦੇ ਨੇ ਨਹੀਂ ਨਹੀਂ ਇਹ ਤਿਆਗੀ ਚੰਗੇ ਨਹੀਂ, ਇੱਥੇ ਤੇ ਚੰਗਾ ਰੱਜ ਕੇ ਭੋਗਣਾ ਚਾਹੀਦਾ ਹੈ, ਇਹ ਜਿੰਨੀਆਂ ਮਨ ਜਿਹੜੀਆਂ ਮੰਗਾਂ ਕਰਦਾ ਹੈ ਇਹਨਾਂ ਮੰਗਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਚਲੋ ਮਨ ਕਾਮ ਦੀ ਮੰਗ ਕਰਦਾ ਹੈ ਤੇ ਇੰਨਾ ਬੰਦਾ ਕਾਮੀ ਹੋ ਜਾਵੇ, ਇੰਨਾ ਕਾਮ ਦੀ ਪੂਰਤੀ ਕਰ ਲਵੇ ਕਿ ਮਨ ਮੰਗਣਾ ਹੀ ਛੱਡ ਦੇਵੇ। ਮਨ ਮੰਗਦਾ ਹੈ ਕਿ ਮੈਂ ਚੰਗੇ ਚੰਗੇ ਪਦਾਰਥ ਛਕਾਂ, ਇੰਨੇ ਪਦਾਰਥ ਛਕ ਲਏ ਕਿ ਮਨ ਮੰਗਣਾ ਹੀ ਛੱਡ ਦੇਵੇ। ਇਹ ਜਗ ਮਿੱਠਾ ਅਗਲਾ ਕਿਨ ਡੇਠਾ, ਵੀ ਅੱਗੇ ਕਿੰਨੇ ਕਿਸੇ ਨੇ ਵੇਖਿਆ ਹੈ। ਉਸਨੇ ਆਪਣੇ ਮਨ ਦੇ ਅੰਦਰ ਉਹ ਸਾਰੇ ਪਦਾਰਥਾਂ ਨੂੰ ਸੋਚਿਆ ਕਿ ਮੈਂ ਸਾਰੇ ਪਦਾਰਥਾਂ ਨੂੰ ਛਕ ਲਵਾਂ, ਸਾਰੇ ਮਟੀਰੀਅਲ ਮੈਂ ਪ੍ਰਾਪਤ ਕਰ ਲਵਾਂ, ਸਾਰੀ ਮਨ ਦੀਆਂ ਜਿਹੜੀਆਂ ਡਿਜ਼ਾਇਰਸ ਨੇ ਉਹਨਾਂ ਨੂੰ ਇਸ ਜਨਮ ਦੇ ਵਿੱਚ ਹੀ ਪੂਰਾ ਕਰ ਲਵਾਂ, ਤਾਂ ਕਿ ਮੇਰੀ ਇਹ ਮਨ ਦੀ ਜਿਹੜੀ ਦੌੜ ਭੱਜ ਹੈ ਮੁੱਕ ਜਾਵੇ। ਗੁਰਬਾਣੀ ਨੇ ਦੋਵਾਂ ਨੂੰ ਨਕਾਰਿਆ ਹੈ। ਜਿਹੜੇ ਤਿਆਗੀ ਹੋ ਗਏ, ਮਨ ਦੀਆਂ ਆਸ਼ਾਵਾਂ ਨੂੰ ਤਿਆਗ ਕੇ ਛੱਡ ਕੇ ਹਠ ਧਰਮੀ ਹੋ ਗਏ, ਉਹਨਾਂ ਨੂੰ ਕਿਹਾ ਕਿ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਇਹ ਮੂਰਖ ਤੂੰ ਆਪਣੀ ਪਤ ਗਵਾ ਲਈ, ਇਸ ਢੰਗ ਦੇ ਨਾਲ ਤੇਰਾ ਮਨ ਦੀ ਦੌੜ ਭੱਜ ਮੁੱਕਣੀ ਨਹੀਂ। ਤੇ ਦੂਜੇ ਪਾਸੇ ਉਹ ਲੋਕ ਜਿਹੜੇ ਕਿ ਇਸ ਜਗਤ ਦੇ ਅੰਦਰ ਸਾਰਾ ਕੁਝ ਪ੍ਰਾਪਤ ਕਰਨਾ ਚਾਹੁੰਦੇ ਸੀ, ਸਾਰੀਆਂ ਡਿਜ਼ਾਇਰਸ ਪੂਰੀਆਂ ਕਰਨੀਆਂ ਚਾਹੁੰਦੇ ਸੀ, ਸਾਰੇ ਵਿਕਾਰ ਭੋਗਣੇ ਚਾਹੁੰਦੇ ਸੀਗੇ, ਉਹਨਾਂ ਦੇ ਵਾਸਤੇ ਵੀ ਇਹ ਗੱਲ ਆਖ ਦਿੱਤੀ। ਗੁਰਮਤ ਦਾ ਗੁਰਮਤ ਦੇ ਅਕੋਰਡਿੰਗ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜੇ ਤੂੰ ਇਹ ਸਾਰਾ ਕੁਝ ਪ੍ਰਾਪਤ ਕਰ ਲਵੇਂਗਾ, ਸੋਚਦਾ ਹੈ ਕਿ ਤੇਰੀ ਇਹ ਡਿਜ਼ਾਇਰਸ ਖਤਮ ਹੋ ਜਾਣਗੀਆਂ, ਐਸਾ ਨਹੀਂ ਹੋ ਸਕਦਾ। ਕਹਿੰਦੇ ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਕਹਿੰਦੇ ਨੇ ਅੱਗ ਦੇ ਬਾਲਣ ਦੇ ਵਿੱਚ ਜੇ ਤੂੰ ਹੋਰ ਬਾਲਣ ਸੁੱਟੇਗਾ ਤੇ ਕੀ ਉਹ ਅੱਗ ਬੁਝ ਜਾਵੇਗੀ? ਉਹ ਬੁਝੇਗੀ ਨਹੀਂ, ਉਹ ਹੋਰ ਭੜਕੇਗੀ, ਸਗੋਂ ਉਹ ਹੋਰ ਤੈਨੂੰ ਪਰੇਸ਼ਾਨ ਕਰੇਗੀ, ਉਹ ਹੋਰ ਤੇਰੇ ਮਨ ਦੇ ਅੰਦਰ ਉਹ ਵੈਸੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਪ੍ਰਬਲ ਕਰੇਗੀ ਕਿ ਜਿਹੜੀ ਤੈਨੂੰ ਸੱਚ ਦੇ ਮਾਰਗ ਤੋਂ ਤੋੜੇਗੀ। ਤੇ ਗੁਰਮਤਿ ਦਾ ਮਾਰਗ ਹੀ ਹੈ ਸੱਚ ਦੇ ਨੇੜੇ ਹੋ ਕੇ ਬਹਿਣਾ, ਬਿਲਕੁਲ ਸੱਚਾਈ ਦੇ ਨਾਲ, ਟਰੂਥਫੁਲਨੈਸ ਦੇ ਨਾਲ, ਇਮਾਨਦਾਰੀ ਦੇ ਨਾਲ ਆਪਣੀ ਇਸ ਜੀਵਨ ਨੂੰ ਸਮਝਣਾ ਕਿ ਜੋ ਮੇਰੇ ਮਨ ਦੀਆਂ ਡਿਜ਼ਾਇਰਸ ਨੇ ਕੀ ਉਹ ਜਾਇਜ਼ ਨੇ, ਜਾਂ ਜਿਸ ਡਿਜ਼ਾਇਰਸ ਦੇ ਅਧੀਨ ਹੋ ਕੇ, ਜਿਨ੍ਹਾਂ ਆਸਾਵਾਂ ਦੇ ਅਧੀਨ ਹੋ ਕੇ ਮੈਂ ਆ ਸਾਰੇ ਕੰਮ ਕਰਦਾ ਆਇਆ ਕੀ ਉਹ ਸਹੀ ਸੀਗੇ, ਕੀ ਮੈਂ ਅੱਜ ਤੱਕ ਜਿਸ ਤਰ੍ਹਾਂ ਤੇ ਜਿਉਂਦਾ ਆ ਰਿਹਾ ਕੀ ਮੈਂ ਠੀਕ ਸੀ? ਇਹ ਆਪਣੇ ਮਨ ਤੋਂ ਅਸੀਂ ਆਪ ਸਵਾਲ ਕਰਨਾ ਹੈ। ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਦਾ ਪਾਵਨ ਫਰਮਾਨ ਹੈ, ਜਿੱਦਾਂ ਕਿ ਸਾਨੂੰ ਸਮਝਾਇਆ ਬਾਣੀ ਨੇ ਕਿ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਕਿ ਅਸਾੜ ਦਾ ਤਪਸ਼ ਜਿਹੜੀ ਹੈ, ਹਾੜ ਦੇ ਮਹੀਨੇ ਦੀ ਤਪਸ਼, ਇਹ ਤਾਂ ਉਮਰ ਸਾਡੇ ਮਨ ਦੇ ਅੰਦਰ ਰਹਿੰਦੀ ਹੈ, ਬਾਕਾਇਦਾ ਰਹਿੰਦੀ ਹੈ। ਮਨ ਤਪਦਾ ਹੀ ਰਹਿੰਦਾ ਹੈ, ਮਨ ਭਟਕਦਾ ਹੀ ਰਹਿੰਦਾ ਹੈ। ਕਾਰਨ ਹੈ ਕਿ ਇਸਨੇ ਆਸ ਜਿਹੜੀ ਰੱਖੀ ਹੈ ਨਾ, ਇਹ ਆਸ ਇਸਨੇ ਆਪਣੇ ਉਹਨਾਂ ਸ਼ੁਭਾਂ ਦੇ ਵੱਲ ਨਹੀਂ ਰੱਖੀ, ਪੋਜ਼ਿਟਿਵ ਥਾਟ ਵੱਲ ਨਹੀਂ ਰੱਖੀ, ਸੱਚ ਧਰਮ ਦਇਆ ਧੀਰਜ ਸੰਤੋਖ ਵਾਲੇ ਪਾਸੇ ਨਹੀਂ ਰੱਖੀ। ਇਹਨੇ ਆਸ ਰੱਖੀ ਕੇਵਲ ਉਹਨਾਂ ਨਾਸ਼ਵੰਤ ਪਦਾਰਥਾਂ ਦੇ ਉੱਤੇ, ਮਟੀਰੀਅਲ ਦੇ ਉੱਤੇ, ਕਿ ਇਹ ਮੇਰੇ ਮਨ ਦੀ ਭੁੱਖ ਨੂੰ ਖਤਮ ਕਰ ਸਕਦੇ ਨੇ, ਇਹ ਮੇਰੇ ਮਨ ਦੀ ਭੱਜ ਦੌੜ ਨੂੰ ਖਤਮ ਕਰ ਸਕਦੇ ਨੇ। ਪਰ ਸਾਨੂੰ ਗੁਰਬਾਣੀ ਨੇ ਸਮਝਾਇਆ ਨਹੀਂ, ਐਸਾ ਨਹੀਂ ਹੈ। ਇਹਦੇ ਵਾਸਤੇ ਤੈਨੂੰ ਭਾਵੇਂ ਤੂੰ ਸਵਰਗ ਦੀ ਆਸ ਕਰ ਲੈ, ਤੇ ਸਾਨੂੰ ਕਰਨਾ ਕੀ ਪਵੇਗਾ? ਕਹਿਣ ਲੱਗੇ ਕਿ ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹਿੰਦੇ ਨੇ ਜਦੋਂ ਤੱਕ ਮਨ ਦੇ ਅੰਦਰ ਇਹ ਚਾਹਤਾ ਵੀ ਹੈ ਨੇ ਨਾ ਕਿ ਮੈਨੂੰ ਸਵਰਗ ਮਿਲ ਜਾਵੇ ਤੇ ਮੇਰੇ ਮਨ ਦੀ ਦੌੜ ਭੱਜ ਖਤਮ ਹੋ ਜਾਵੇਗੀ, ਬਹਿਸ਼ਤ ਮਿਲ ਜਾਵੇ, ਦੌੜ ਭੱਜ ਖਤਮ ਹੋ ਜਾਵੇਗੀ, ਮਰਨ ਤੋਂ ਬਾਅਦ ਮੇਰੇ ਮਨ ਸ਼ਾਂਤ ਹੋਵੇਗਾ, ਇਸ ਤੋਂ ਪਹਿਲਾਂ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਹੈ, ਹਲੇ ਵੀ ਕੁਝ ਨਹੀਂ ਵਿਗੜਿਆ। ਬੜਾ ਇੱਕ ਸੰਤੋਖ, ਬੜਾ ਇੱਕ ਦਿਲਾਸਾ, ਬੜਾ ਇੱਕ ਤਰਵਾਸ ਸਾਨੂੰ ਗੁਰਬਾਣੀ ਦਿੰਦੀ ਹੈ ਕਿ ਆ ਬੰਦਿਆ ਹਲੇ ਕੁਝ ਨਹੀਂ ਵਿਗੜਿਆ, ਹਲੇ ਵੀ ਤੇਰੇ ਮਨ ਦੇ ਅੰਦਰ ਉਹ ਸ਼ਾਂਤ ਅਵਸਥਾ ਵਾਲਾ, ਸ਼ਾਂਤ ਚਿੱਤ ਅਵਸਥਾ ਵਾਲਾ ਉਹ ਭਾਵ ਆ ਸਕਦਾ ਹੈ। ਹਲੇ ਵੀ ਤੂੰ ਆਪਣੇ ਉਸ ਮਨ ਨੂੰ ਕੰਟਰੋਲ ਕਰ ਸਕਦਾ ਹੈ, ਉਹਨਾਂ ਵਾਸ਼ਨਾਵਾਂ ਦੇ ਨਾਲ ਲਬਰੇਜ਼ ਹੋਣ ਤੋਂ ਬਚਾ ਸਕਦਾ ਹੈ। ਕਿਵੇਂ? ਕਹਿੰਦੇ ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ
बैकुंठे आहे। ਕਹਿੰਦੇ ਜੇ ਤੂੰ ਬੈਕੁੰਠ ਦੀ ਵਾਕਈ ਚਾਹਤ ਰੱਖਦਾ ਹੈ ਨਾ, ਯਾਨੀ ਕਿ ਬੈਕੁੰਠ ਦਾ ਮਤਲਬ ਜਿੱਥੇ ਕਿ ਰੱਬ ਹੋਵੇ, ਜਿੱਥੇ ਕਿ ਸਵਰਗ ਹੋਵੇ, ਜਿੱਥੇ ਕਿ ਸਾਰੀਆਂ ਸੁੱਖ ਸਹੂਲਤਾਂ ਹੋਣ, ਜਿੱਥੇ ਕਿ ਮਨ ਇੱਛਤ ਸਾਰੀ ਜਿਹੜੀਆਂ ਸਾਡੀਆਂ ਇੱਛਾਵਾਂ ਉਹ ਪੂਰੀਆਂ ਹੋ ਜਾਣ, ਤੇ ਉਹ ਕਿੱਥੇ ਹੋਣਗੀਆਂ? ਕਹਿੰਦੇ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਨਾਲ ਜੁੜੋ, ਸਤਸੰਗਤ ਕਰ, ਸੰਗਤ ਕਰ, श्रेष्ठ संगत, सच दी संगत, मन दे नाल जुड़, अपने और उस मन दे अंदर गुरु शब्द नूं टिका, ताकि शुभ गुणां नूं जीवन विच आत्मसात करके तू सच दी संगत कर सके और तेरे जीवन दे अंदर ये चेंज आ सके। ये जिहड़ी भज दौड़ दे नाल, लगातारता दे नाल असीं मन दीआं डिजायर्स दे मगर दौड़दे हां, इस तों साडा छुटकारा हो सके। हुण बाणी दे अंदर ना एक होर थां ते जिक्र आंदा है, गुरु साहब कहते हैं कि पर हरना लोभ झूठ निंद इवही करत गुदारी, मृग तृष्णा आस मिथ्या मीठी, यह टेक मन साधारी। बंदे ने संगत कीती नहीं, संगत वाले पासे गया नहीं, संगत मन दे नाल कीती नहीं, इसने कीता कि पर हरना लोभ झूठ निंद इवही करत गुदारी, लोकां दे बुरे कीते, लोकां दी निंदिया कीती, झूठ बोलिया, लोभ किया, अंदर ही अपनी उपर कर दी। कहते ने जिदा एक झोला पैंदा है ना सड़क दे उत्ते कि सानू किते एक पानी दी एक बड़ा दूर सानू एक लगदा भी पानी दिस रहा है, पर वो पानी केवल एक हुंदा है। इसे तरह लगता है सानू कि कुछ गोल जिहड़े ने असीं मिथे होए ने, असीं उन्हां नूं अचीव कर लिया दुनियावी तौर ते। जे असीं अचीव कर लिया, साडे मन दीआं जिहड़ियां डिजायर्स ने, ये आशावां ने खत्म हो जाणगीआं, पर वो मृग तृष्णा साबित हुंदियां ने ते होईआं भी ने लोकां दीआं। सोचिया होना कि इंडिया तो जे असीं बाहर जावांगे, वीज़ा लग गया साडा, ते वीज़ा लग गया ते उत्थे जाके साडीआं आशावां खत्म हो जाणगीआं, कि होईआं? नहीं हुई। पहला तो मैनू एक अमेरिका तो ना एक लिख दी एक सज्जन ने, वीर सीगे, गुरसिख वीर सीगे, ते मैं प्रोग्राम दे वास्ते गया सी कथा दे, ते कथा दे प्रोग्राम दे वापसी मैं आ रहा सा, ते काफी 600 किलोमीटर दा सफर सी, ते गुरुद्वारा साहिब भी वो ड्राइव करदे सन, ट्रक ड्राइव करदे सी, ते कैनेडा तो वो कैलीफोर्निया दे जिहड़े रूट ते वो चलदे सीगे। राह दे विच मेरा उन्हां दे नाल साथ हो गया, ते कहंदे भी गुरमत दी गल करो, ते साडी काफी गुरमत दी विचार चर्चा हुई, ते उस वीर ने ना मैनू अपनी व्यथा सुनाई। वो कहण लगा कि वीर जी भी मैं अपनी गल तुहाडे नाल एक सांझी करना चाहुंदा। वो कहंदा कि जदों मैं इंडिया सा ना, ते घर दी हालात कोई बहुती चंगी नहीं सी, और मेरे मन दी ये आस सीगी, मेरी एक चाहत सीगी कि रब जी किते मेरा कनेडा दा वीज़ा लग जाए ना, मेरी जिंदगी बहुत वधिया हो जाएगी, मैं बहुत चंगा हो जावांगा। मैं इन्नियां अरदासां कीतियां, कहंदा गुरुद्वारे जा के, मैं मंगिया ही नहीं होर कुछ, मैं ते वीज़ा ही मंगदा सी, जांदियां भी वीज़ा, आंदियां भी वीज़ा। कहंदा मेरी अरदास कबूल हो गई, रब ने कबूल कर ली। कहंदा मैं कनेडा आ गया। हुण जदों कनेडा आया, शुरू ते बहुत चंगा लगा, बहुत वधिया लगा, पर हौली हौली की होया कि जदों मैं उस माहौल दे नाल जुड़िया, ते मैं उस अपनी किरत कमाई दे अंदर जुड़न लगा, ते हौली हौली वो जिहड़ा माहौल सी मैनू परेशान करन लगा। हुण मन दी जिहड़ी आस सीगी वो दूजे पासे हो गई कि किते मेरे कोल अपना घर होवे, मेरी अपना काम होवे। कहंदा मैं फिर गुरुद्वारे जाना शुरू कर दिता, अरदासां करनी शुरू कर दित्ती, मैनू काम मिले, मैनू काम मिले, ते कहंदे चलो मेरा लाइसेंस मैं पास कर लिया, ते मैनू ट्रक मिल गया अपना, मैं ट्रक ले लिया, ड्राइविंग करनी शुरू कर दी। मैं फिर अरदासां कीतियां भी मैनू नौकरी ते मिल गई, मैनू हुण खुद दा ट्रक भी मिल जावे, मैं इन्ने जोगा हो जा सतगुरु पातशाह, मैनू किसी दी मुथाजी ना करनी पे, मैं अपने जोगा हो जावां, मैं नौकरी करां पर मैं अपने जोगा हो जावां, ट्रक मेरा अपना हो जावे, मेरा अपना घर हो जावे। कहंदा मेरा अपना घर भी हो गया और मैं अपना ट्रक भी ले लिया। गुरु ने मेरी अरदास भी कबूल ली। कहंदा फिर मैं अरदासां कीतियां कि रब जी, गुरु साहब जी, कि मेरा परिवार जिहड़ा है ना इंडिया बैठा है, वो सारा परिवार आ जावे इत्थे, उन्हां दा वीज़ा लग जावे, वो सारे दे सारे इत्थे आ जाण। कहंदा रब ने मेरी ये अरदास भी कबूल कर ली। पर बड़ी नामोशी दे नाल ड्राइविंग करदा होया गल आख रहा सी, कहंदा रब ने मेरियां सारियां अरदासां कबूल कीतियां,
पर मेरा मन अज भी अशांत है। और ये वर्डिंग हूबहू वर्डिंग मैं तुहाडे सामने रख रहा। वो कहंदा हुण ते मैनू डर लगदा है गुरुद्वारा साहिब जाके कि मैं अरदास करां ते रब मेरी अरदास कबूल ही ना कर ले कि मुड़ के मैं मूंह दिखाण जोगा ना रवां, क्योंकि मन दे अंदर शांति फिर भी ना आई। रब ते सारियां अरदासां मेरियां कबूलदा रहा, सारियां चीजां मेरियां मन मुताबक होंदियां रहियां, पर मैं अशांत रहा क्योंकि मेरी मंग गलत सीगी। बस इसे तरह साडियां मंगां ਜਿਹੜੀਆਂ ਨੇ ना, ਸਾਡੇ गोल ਜਿਹੜੇ मिथे हुए गोल ने ਸਾਡੇ कि साडा डेस्टिनेशन की है, ਉਹ ਸਾਡਾ ਡੈਸਟੀਨੇਸ਼ਨ, ਉਹ ਸਾਡਾ ਗੋਲ ਜਿਹੜਾ ਹੈ ਉਹ ਗੋਲ ਗਲਤ ਹੁੰਦਾ ਹੈ। ਵੈਸੇ ਬਹੁਤਿਆਂ ਨੂੰ ਤੇ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਪਹੁੰਚਣਾ ਕਿੱਥੇ ਹੈ, ਜਾਣਾ ਕਿੱਥੇ ਹੈ। ਉਹ ਜਿਹੜਾ ਡੈਸਟੀਨੇਸ਼ਨ ਮਿਥਿਆ, ਮਨ ਨੇ ਮਿਥ ਲਿਆ, ਅਸੀਂ ਉੱਥੇ ਤੱਕ ਪਹੁੰਚਣਾ, ਸਾਡਾ ਗੋਲ ਹੀ ਪਤਾ ਨਹੀਂ ਸਾਨੂੰ ਕਿ ਉੱਥੇ ਜਾ ਕੇ ਸਾਨੂੰ ਸੁੱਖ ਮਿਲੇਗਾ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਪਰਦਾਰ ਸੁਧਾਰ ਆਪੇ ਆਨ ਲੁਟਾਵੇ। ਜਾਂ ਇਉਂ ਕਹਿ ਲੋ ਕਿ ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਦੇਸ਼ ਛੱਡ ਕੇ ਪਰਦੇਸ ਆ ਗਏ ਕਿ ਕੀ ਮਨ ਦੀਆਂ ਇੱਛਾਵਾਂ ਉੱਥੇ ਇੰਡੀਆ ਹੀ ਛੱਡਿਆ? ਨਹੀਂ, ਮਨ ਦੀਆਂ ਇੱਛਾਵਾਂ ਤੇ ਨਾਲ ਹੀ ਆ ਗਈਆਂ, ਇਹ ਤੇ ਨਾਲ ਕੈਰੀ ਕਰ ਰਹੇ ਹਾਂ ਅਸੀਂ। ਸੋ ਆਸ ਕਿਹੜੀ ਰੱਖਣੀ ਹੈ, ਮਨ ਦੇ ਅੰਦਰ ਕਿਹੜੀ ਆਸ ਰੱਖਣੀ ਹੈ? ਹੁਣ ਆਸ ਰੱਖਣੀ ਹੈ, ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਪਿਓ ਦਰਸ਼ਨ ਦੇਖੇ। ਆਸ ਰੱਖਣੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰੇ ਹੋ ਜਾਣ ਖਲਕਤ ਦੇ ਵਿੱਚੋਂ, ਉਸ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰੇ ਹੋ ਜਾਣ ਗੁਣਾਤਮਕ ਰੂਪ ਦੇ ਵਿੱਚ ਸਾਨੂੰ ਪੂਰੀ ਕਾਇਨਾਤ ਦੇ ਅੰਦਰ। ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਉਹਨਾਂ ਦੇ ਨਾਲ ਮਿਲਾਪ ਹੋ ਜਾਵੇ ਸ਼ੁਭ ਗੁਣਾਂ ਦੇ ਨਾਲ, ਤਾਂ ਕਿ ਸਾਡੇ ਮਨ ਦੇ ਅੰਦਰ ਜਿਹੜੀ ਆਸ ਔਰ ਆਸਾਵਾਂ ਦੀਆਂ ਝੜੀਆਂ ਲੱਗੀਆਂ ਨੇ ਇਹ ਖਤਮ ਹੋ ਜਾਣ, ਔਰ ਅਸੀਂ ਉਸ ਮਾਨਸ ਸੰਧੀ ਆਸ ਤੋਂ ਛੁਟਕਾਰਾ ਸਾਡਾ ਪ੍ਰਾਪਤ ਹੋ ਜਾਵੇ ਕਿ ਕਿਸੇ ਬੰਦੇ ਤੋਂ ਆਸ ਕਿ ਇਹ ਸਾਡੀ ਹੈਲਪ ਕਰੇਗਾ ਤੇ ਸਾਡੀ ਜ਼ਰੂਰਤ ਪੂਰੀ ਹੋ ਸਕਦੀ ਹੈ, ਕਿ ਇਹ ਸਾਡੀ ਮਦਦ ਕਰੇਗਾ ਤੇ ਸਾਡੀ ਆਸ ਦੇ ਮਨ ਦੀਆਂ ਆਸ਼ਾਵਾਂ ਖਤਮ ਹੋ ਜਾਣਗੀਆਂ। ਕਈ ਵਾਰੀ ਹੁੰਦਾ ਕੀ ਹੈ ਕਿ ਬੰਦੇ ਦੀ ਆਸ ਰੱਖ ਲੈਂਦੇ ਆ, ਦੁਨਿਆਵੀ ਆਸਾਵਾਂ ਰੱਖ ਲੈਂਦੇ ਆ ਤੇ ਜਾਂਦੇ ਵੀ ਹਾਂ, ਤੇ ਗੁਰਬਾਣੀ ਕਹਿੰਦੇ ਵੀ ਸਿੰਬਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੋ ਆਵੇਂ ਆਸ ਕਰ ਜਾਏ ਨਿਰਾਸ਼ਾ ਕਿਤ। ਕਹਿੰਦੇ ਨੇ ਸਿੰਬਲ ਦਾ ਰੁੱਖ ਸੀਗਾ ਬੜਾ ਲੰਮਾ, ਉੱਚਾ, ਬਹੁਤ ਲੰਮਾ ਹੁੰਦਾ ਸਿੰਬਲ ਦਾ ਰੁੱਖ, ਉੱਚਾ ਹੁੰਦਾ ਹੈ, ਮੋਟਾ ਬੜਾ ਹੁੰਦਾ ਹੈ, ਵੱਡਾ ਬੜਾ ਹੁੰਦਾ ਹੈ। ਤੋਤੇ ਆਏ, ਤੋਤੇ ਆ ਕੇ ਉੱਥੇ ਬੈਠੇ, ਉੱਥੇ ਵੇਖਦੇ ਨੇ ਕਿ ਸ਼ਾਇਦ ਇਹਦੇ ਤੇ ਫਲ ਹੋਣਗੇ, ਪਰ ਜਦੋਂ ਆਉਂਦੇ ਨੇ ਤੇ ਉਸ ਫਲ ਨੂੰ ਚੱਖਦੇ ਨੇ, ਉਸ ਫਰੂਟ ਦੇ ਨਾਲ ਜਦੋਂ ਚੁੰਝ ਮਾਰਦੇ ਨੇ ਤੇ ਕੀ ਦੇਖਦੇ ਨੇ ਵੀ ਫਲ ਫਿੱਕੇ, ਫੁੱਲ ਬਕੇ, ਕੰਮ ਨਾ ਆਵੇ ਪਤ, ਨਾ ਤੇ ਉਹਦੇ ਫਲ ਤੇ ਨਾ ਹੀ ਉਹਦੇ ਪੱਤੇ ਉਹਨਾਂ ਪੰਛੀਆਂ ਦੇ ਕੰਮ ਆਉਂਦੇ ਨੇ, ਉੜ ਕੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਕਈ ਮਨੁੱਖ ਨੇ, ਇਸੇ ਤਰ੍ਹਾਂ ਅਸੀਂ ਦੁਨਿਆਵੀ ਆਸਾਵਾਂ ਬੰਦਿਆਂ ਤੋਂ ਲਾ ਲੈਂਦੇ ਆ। ਮਾਨਸ ਸੰਧੀ ਆਸ ਲਾਈ ਨਾ, ਪਰ ਜਦੋਂ ਕੋਲ ਗਏ ਤੇ ਜਾ ਕੇ ਪਤਾ ਲੱਗਾ ਕੁਛ ਵੀ ਨਹੀਂ ਸੀਗਾ ਕੋਲ ਤੇ, ਕੇਵਲ ਹੰਕਾਰ, ਕਿਉਂਕਿ ਇੱਕ ਉੱਚਾ ਲੰਬਾ ਰੁੱਖ ਹੈ, ਪ੍ਰਤੀਕ ਦਿੱਤਾ ਗੁਰੂ ਸਾਹਿਬ ਨੇ, ਮਿਲਿਆ ਕੀ ਸਾਨੂੰ? ਕੁਛ ਵੀ ਨਹੀਂ। ਇਸ ਕਰਕੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਜੇ ਕਿਸੇ ਨੇ ਜੁੜਨਾ ਹੈ ਤੇ ਉਹ ਗੁਰਬਾਣੀ ਨਾਲ ਜੁੜੇ, ਉਹ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਜੁੜੇ, ਤਾਂ ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਵੇਖਾਂਗੇ, ਉਹਨਾਂ ਦੇ ਜੀਵਨ ਦਾ ਅਧਿਐਨ ਕਰਾਂਗੇ, ਉਹਨਾਂ ਦੇ ਜੀਵਨ ਨੂੰ ਅੰਡਰਸਟੈਂਡ ਕਰਾਂਗੇ, ਸਾਨੂੰ ਨਿਰਾਸ਼ਾ ਨਹੀਂ ਹੋਏਗੀ ਕੋਈ ਵੀ। ਅਸੀਂ ਰੋਲ ਮਾਡਲ ਬਣਾਵਾਂਗੇ ਤੇ ਗੁਰੂ ਸਾਹਿਬ ਨੂੰ ਬਣਾਵਾਂਗੇ, ਰੋਲ ਮਾਡਲ ਬਣਾਵਾਂਗੇ ਤੇ ਭਗਤਾਂ ਨੂੰ ਬਣਾਵਾਂਗੇ, ਰੋਲ ਮਾਡਲ ਬਣਾਵਾਂਗੇ ਤੇ ਕਿਸੇ ਮੇਰੇ ਵਰਗੇ ਪ੍ਰਚਾਰਕ ਨੂੰ ਜਾਂ ਕਿਸੇ ਸੋ ਕਾਲਡ ਬਾਬੇ ਨੂੰ ਨਹੀਂ ਬਣਾਵਾਂਗੇ। ਕਿਹਨੂੰ ਬਣਾਵਾਂਗੇ? ਰੋਲ ਮਾਡਲ ਬਣੇਗਾ ਸਾਡਾ ਗੁਰੂ। ਤੇ ਜਦੋਂ ਗੁਰੂ ਰੋਲ ਮਾਡਲ ਬਣ ਜਾਵੇਗਾ ਨਾ, ਤੇ ਫਿਰ ਆਹ ਜਿਹੜੀ ਦੁਨਿਆਵੀਆਂ ਆਸ਼ਾਵਾਂ ਦੇ ਵਿੱਚ ਸਾਡੇ ਵਰਗੇ ਗਰਸੇ ਹੋਏ ਨੇ ਨਾ, ਜਿਹਦੇ ਵਿੱਚ ਅਸੀਂ ਸਾਰੇ ਹੀ ਸ਼ਾਮਲ ਹਾਂ, ਅਸੀਂ ਸਾਰੇ ਦੁਨਿਆਵੀ ਆਸ਼ਾਵਾਂ ਵਿੱਚ ਗਰਸੇ ਨੇ, ਤੇ ਜਦੋਂ ਅਸੀਂ ਗੁਰੂ ਸਾਹਿਬ ਵੱਲ ਦੇਖਣਾ ਸ਼ੁਰੂ ਕਰ ਦੇਵਾਂਗੇ ਤੇ ਘੱਟੋ ਘੱਟ ਸਾਡੇ ਕੋਲ ਇੱਕ ਰੋਲ ਮਾਡਲ ਹੋਵੇਗਾ। ਤੇ ਜਦੋਂ ਕੋਈ ਰੋਲ ਮਾਡਲ ਹੁੰਦਾ ਹੈ ਨਾ, ਤੇ ਉਹਦੇ ਅਕੋਰਡਿੰਗ ਅਸੀਂ ਬਿਹੇਵ ਕਰਨਾ ਵੀ ਸ਼ੁਰੂ ਕਰ ਦਿੰਦੇ ਹਾਂ। ਉਹਦੇ ਅਕੋਰਡਿੰਗ ਬੰਦਾ ਬਿਹੇਵ ਕਰਦਾ ਕਿ ਚਲੋ ਕੁਝ ਹੱਦ ਤੱਕ ਮੈਂ ਉਹਦੇ ਵਰਗਾ ਬਣ ਜਾਵਾਂ। ਜਿਵੇਂ ਇੱਕ ਕ੍ਰਿਕਟਰ ਸੀਗਾ ਆਪਣੇ ਟਾਈਮ ਦੇ ਅੰਦਰ, ਬੜਾ ਮਕਬੂਲ ਸੀ, ਤੇ ਉਹਦੀ ਬੈਟਿੰਗ ਤੋਂ ਉਹਦੀ ਜਿਹੜੀ ਖੇਡਣ ਦੀ ਟੈਕਨੀਕ ਸੀਗੀ, ਉਸ ਟੈਕਨੀਕ ਨੂੰ ਫੋਲੋ ਕਰਕੇ ਬਹੁਤ ਸਾਰੇ ਚੰਗੇ ਬੈਟਸਮੈਨ ਬਣ ਗਏ। ਕਿਉਂ? ਕਿਉਂਕਿ ਉਹਦੀ ਟੈਕਨੀਕ ਬੜੀ ਵਧੀਆ ਸੀਗੀ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਕੋਲ ਟੈਕਨੀਕ ਹੈ, ਜਿਹੜੀ ਭਗਤਾਂ ਦੇ ਜੀਵਨ ਦੇ ਵਿੱਚ ਜਾਂ ਭਗਤਾਂ ਦੀ ਫਿਲਾਸਫੀ ਦੇ ਵਿੱਚ ਜਿਹੜੀ ਟੈਕਨੀਕ ਹੈ, ਉਸ ਟੈਕਨੀਕ ਨੂੰ ਫੋਲੋ ਕਰਕੇ ਅਸੀਂ ਆਪਣੇ ਆਪ ਨੂੰ
ਚੇਂਜ ਕਰ ਸਕਦੇ ਹਾਂ, ਆਪਣੀ ਮੈਂਟੈਲਿਟੀ ਨੂੰ, ਆਪਣੀ ਸੋਚ ਨੂੰ ਚੇਂਜ ਕਰ ਸਕਦੇ ਹਾਂ, ਜੋ ਕਿ ਇਸ ਪਾਵਨ ਸ਼ਲੋਕ ਦੇ ਅੰਦਰ ਸਾਨੂੰ ਭਗਤ ਸਾਹਿਬਾਨ ਜੀ ਸਮਝਾ ਰਹੇ ਨੇ। ਕਬੀਰ ਸਾਹਿਬ ਜੀ ਦੇ ਇਹ ਪਾਵਨ ਬੋਲ ਕੇ, ਕਬੀਰ ਵਿਕਾਰ ਹੈ ਚਿਤ ਤੇ ਝੂਠੇ ਕਰਤੇ ਆਸ, ਕਿ ਤਾ ਉਮਰ ਵਿਕਾਰਾਂ ਨੂੰ ਚਿਤਵਦਾ ਰਿਹਾ ਤੇ ਝੂਠੀਆਂ ਆਸ਼ਾਵਾਂ ਦੇ ਵਿੱਚ ਫਸਿਆ ਰਿਹਾ। ਮਨੋਰਥ ਕੋਈ ਨਾ ਪੂਰਿਓ, ਚਾਲੇ ਊਠ ਨਿਰਾਸ਼। ਤੇ ਕੀ ਹੋਇਆ ਕਿ ਇਸ ਜਗਤ ਦੇ ਵਿੱਚੋਂ ਫਿਰ ਨਿਰਾਸ਼ ਹੋ ਕੇ, ਯਾਨੀ ਕਿ ਬਿਲਕੁਲ ਆਸ ਤੋਂ ਰਹਿਤ ਹੋ ਕੇ ਇਸ ਜਹਾਨ ਤੋਂ ਚਲਾ ਗਿਆ, ਡਿਪਰੈਸ਼ਨ ਦੇ ਵਿੱਚ ਚਲਾ ਗਿਆ, ਨਿਰਾਸ਼ਾ ਦੇ ਵਿੱਚ ਚਲਾ ਗਿਆ, ਨਿਰਾਸ਼ਾ ਦੀ ਗਰਤ ਦੇ ਅੰਦਰ ਚਲਾ ਗਿਆ, ਔਰ ਕੁਝ ਉਸਾਰੂ ਬਿਰਤੀ ਨਾ ਆਪਣੀ ਰੱਖ ਪਾਇਆ ਤੇ ਨਾ ਹੀ ਆਪਣੀ ਫੈਮਿਲੀ ਦੇ ਨਾਲ ਵਾਸਤੇ ਕੁਝ ਉਸਾਰੂ ਸੋਚ ਦੇ ਪਾਇਆ। ਇਸ ਤੋਂ ਅਗਲੇਰੇ ਸ਼ਲੋਕ ਦੇ ਅੰਦਰ ਕਬੀਰ ਸਾਹਿਬ ਜੀ ਹੁਣ ਸਾਨੂੰ ਸਮਝਾ ਰਹੇ ਨੇ ਕਿ ਕਿਸ ਢੰਗ ਦੇ ਨਾਲ ਅਸੀਂ ਇਸ ਅਗਲੇਰੇ ਸ਼ਲੋਕ ਦੇ ਨਾਲ ਜੁੜ ਕੇ ਇਸ ਸ਼ਲੋਕ ਨੂੰ ਨਾ ਅਸੀਂ ਰਿਲੇਟ ਕਰਕੇ ਸਮਝਣਾ, ਜਿਹੜਾ ਅਸੀਂ ਪਿਛਲੇਰਾ ਸ਼ਲੋਕ ਪਾਵਨ ਸ਼ਲੋਕ ਅਸੀਂ 205 ਨੰਬਰ ਸ਼ਲੋਕ ਵਿਚਾਰਿਆ ਹੈ, ਇਹਦੇ ਨਾਲ ਹੀ ਇਹ ਸ਼ਲੋਕ ਰਿਲੇਟ ਕਰਦਾ ਹੈ ਕਿ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਥੈ ਨਾ ਡੋਲਈ ਜਿਸ ਰਾਖੈ ਸਿਰਜਨਹਾਰ। ਇਹਦੇ ਅੰਦਰ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਇਹ ਕਬੀਰ, ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਾਉਂਦਾ ਹੈ, ਉਹ ਇਸ ਜਗਤ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਉਹ ਮਨੁੱਖ ਇਸ ਲੋਕ ਤੇ ਉਸ ਆਉਣ ਵਾਲੇ ਸਮੇਂ ਦੇ ਅੰਦਰ ਵਿੱਚ ਕਿਤੇ ਵੀ ਇਹਨਾਂ ਵਿਚਾਰਾਂ ਤੇ ਆਸ਼ਾਵਾਂ ਆਸਾਂ ਦੇ ਕਾਰਨ ਭਟਕਦਾ ਨਹੀਂ, ਕਿਉਂਕਿ ਪਰਮਾਤਮਾ ਆਪ ਉਸ ਨੂੰ ਬਚਾਉਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਇਹਦੇ ਇਸ ਢੰਗ ਦੇ ਨਾਲ ਅਰਥ ਕਰਦੇ ਨੇ ਕਿ ਰੱਬ ਜੀ ਆਪ ਉਸ, ਯਾਨੀ ਕਿ ਗੁਰੂ ਸਾਹਿਬ ਜੀ ਦੀ ਇਹ ਪਾਵਨ ਫਿਲਾਸਫੀ, ਪਾਵਨ ਗੁਣਾਤਮਕ ਵਾਲਾ ਜਿਹਨੇ ਜੀਵਨ ਜਿਸਨੇ ਅਡਾਪਟ ਕਰ ਲਿਆ, ਉਹਦੇ ਜੀਵਨ ਦੇ ਅੰਦਰ ਫਿਰ ਉਹ ਹੈਪੀਨੈਸ ਵਰਤਦੀ ਹੈ, ਉਹਦੇ ਜੀਵਨ ਦੇ ਅੰਦਰ ਫਿਰ ਉਹ ਖੁਸ਼ੀ ਆ ਜਾਂਦੀ ਹੈ, ਫਿਰ ਉਹਦੇ ਜੀਵਨ ਦੇ ਅੰਦਰ ਉਹ ਆਨੰਦ ਆ ਜਾਂਦਾ ਹੈ, ਉਹਦੇ ਜੀਵਨ ਦੇ ਅੰਦਰ ਫਿਰ ਉਹ ਚੇਂਜ ਆ ਜਾਂਦਾ ਹੈ ਕਿ ਫਿਰ ਉਹ ਦੁਨਿਆਵੀ ਆਸ਼ਾਵਾਂ ਨਹੀਂ ਰੱਖਦਾ, ਉਹ ਦੁਨਿਆਵੀ ਆਸ਼ਾਵਾਂ ਨਹੀਂ ਰੱਖਦਾ, ਫਿਰ ਉਹ ਇਸ ਲੈਵਲ ਤੇ ਉੱਤੇ ਹੋ ਕੇ ਜਿਉਂਦਾ ਹੈ। ਇੱਕ ਘਟਨਾ ਜਿਹੜੀ ਹੈ ਉਹ ਇਸ ਦੇ ਨਾਲ ਅਸੀਂ ਰਿਲੇਟ ਕਰਕੇ ਇਸ ਨੂੰ ਹੋਰ ਸਰਲ ਢੰਗ ਦੇ ਨਾਲ ਸਮਝ ਸਕਦੇ ਹਾਂ। ਫਿਰ ਉਹ ਮਾਨਸਨ ਦੀ ਆਸ ਤੋਂ ਉੱਤੇ ਉੱਠ ਕੇ ਆਪਣਾ ਜੀਵਨ ਕਿਸ ਢੰਗ ਦੇ ਨਾਲ ਜਿਉਂਦਾ ਹੈ ਤੇ ਕਿਵੇਂ ਉਹਦੇ ਜੀਵਨ ਦੇ ਅੰਦਰ ਹੈਪੀਨੈਸ ਹੁੰਦੀ ਹੈ। ਇੱਕ ਨਾ ਬਾਦਸ਼ਾਹ ਦਾ ਜਨਮ ਦਿਨ ਸੀਗਾ ਤੇ ਉਸ ਆਪਣੇ ਜਨਮ ਦਿਨ ਦੇ ਉੱਤੇ ਨਾ ਉਸਨੇ ਇੱਕ ਦਿਨ ਪਹਿਲਾਂ ਢੰਡੋਰਾ ਪਟਵਾ ਦਿੱਤਾ ਪੂਰੇ ਆਪਣੇ ਰਾਜ ਦੇ ਵਿੱਚ ਕਿ ਅਗਲੇ ਦਿਨ ਜਿਹਦੀ ਜੋ ਵੀ ਮੰਗ ਹੋਏਗੀ ਉਹ ਮੰਗ ਪੂਰੀ ਹੋਵੇਗੀ। ਧਨ ਦੀ ਮੰਗ ਹੋਵੇ, ਕਿਸੇ ਨੂੰ ਅੰਨ ਦੀ ਮੰਗ ਹੋਵੇ, ਕਿਸੇ ਨੂੰ ਕੱਪੜੇ ਦੀ ਮੰਗ ਹੋਵੇ, ਕਿਸੇ ਨੂੰ ਘਰ ਚਾਹੀਦਾ ਹੋਵੇ, ਜਿਸ ਚੀਜ਼ ਦੀ ਵੀ ਮੰਗ ਹੋਏਗੀ ਉਹ ਮਹਿਲ ਦੇ ਬਾਹਰ ਆ ਕੇ ਲਾਈਨ ਲਾ ਲੈਣ, ਕਤਾਰ ਵਿੱਚ ਖੜੇ ਹੋ ਜਾਣ, ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਅਗਲਾ ਦਿਨ ਹੋਇਆ, ਰਾਜੇ ਦਾ ਜਨਮ ਦਿਨ ਸੀ। ਰਾਜਾ ਆਪ ਜਾ ਕੇ ਖੜਾ ਹੋ ਗਿਆ, ਆਪਣੇ ਹੱਥੀਂ ਮਹਿਲ ਤੋਂ ਬਾਹਰ ਖੜਾ ਹੈ ਤੇ ਲਾਈਨ ਬਹੁਤ ਲੰਬੀ, ਕਤਾਰ ਇੰਨੀ ਲੰਬੀ ਕਤਾਰ ਲੱਗੀ ਵੀ ਰਾਜਾ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰ ਰਿਹਾ ਹੈ। ਹੁਣ ਜਿੱਥੇ ਅਸੀਂ ਹੁਣੇ ਵਿਚਾਰ ਕੇ ਆਏ ਨਾ ਸ਼ਲੋਕ ਕੇ ਮਨ ਦੀਆਂ ਜਿਹੜੀਆਂ ਮੰਗਾਂ ਨੇ ਕਦੇ ਖਤਮ ਨਹੀਂ ਹੁੰਦੀਆਂ, ਤੇ ਜਿਨ੍ਹਾਂ ਕੋਲ ਸਾਰਾ ਕੁਝ ਸੀ ਨਾ ਉਹ ਵੀ ਲਾਈਨ ਵਿੱਚ ਲੱਗੇ ਸੀਗੇ। ਬਹੁਤ ਲੰਮੀ ਕਤਾਰ ਲੱਗੀ ਸੀਗੀ ਤੇ ਸਭ ਤੋਂ ਅੱਗੇ ਕਹਿੰਦੇ ਕਿ 2-4 ਬੰਦਿਆਂ ਤੋਂ ਬਾਅਦ ਇੱਕ ਫਕੀਰ ਦਿਸਿਆ ਖੜਿਆ, ਜਿਹਦੇ ਕੋਲ ਬਿਲਕੁਲ ਪਾਟੇ ਕੱਪੜੇ ਸੀਗੇ, ਚਿਹਰਾ ਉਹਦਾ ਸ਼ਾਂਤ ਸੀਗਾ। ਤੇ ਜਦੋਂ ਕੋਲ ਗਿਆ ਤੇ ਕੋਲ ਜਾ ਕੇ ਰਾਜਾ ਉਸ ਨੂੰ ਪੁੱਛਦਾ ਹੈ ਕਿ ਤੇਰੀ ਕੀ ਮੰਗ ਹੈ, ਤੇ ਖੜਖੜਾ ਕੇ ਹੱਸਿਆ ਰਾਜੇ ਦਾ ਵੱਲ ਦੇਖ ਕੇ, ਤੇ ਰਾਜੇ ਨੂੰ ਕੁਝ ਨਹੀਂ ਬੋਲਿਆ ਤੇ ਆਪਣੀ ਉਹ ਵਾਰੀ ਛੱਡ ਕੇ ਫਿਰ ਬਿਲਕੁਲ ਪਿੱਛੇ ਜਾ ਕੇ ਕਤਾਰ ਵਿੱਚ ਖੜਾ ਹੋ ਗਿਆ, ਸਭ ਤੋਂ ਪਿੱਛੇ। ਫਿਰ ਆਪਣੀ ਵਾਰੀ ਸਾਰੇ ਲੋਕ ਆਉਂਦੇ ਰਹੇ ਜਾਂਦੇ ਰਹੇ, ਥੋੜਾ ਸਮਾਂ 2-3 ਘੰਟਿਆਂ ਦਾ ਹੋਰ ਬੀਤਿਆ, ਇਹ ਫਕੀਰ ਦੀ ਵਾਰੀ ਫਿਰ ਆ ਗਈ। ਫਿਰ ਫਕੀਰ ਦੀ ਵਾਰੀ ਆਈ ਤੇ ਰਾਜਾ ਫਿਰ ਕਹਿੰਦਾ ਕਿ ਤੂੰ ਫਿਰ ਆ ਗਿਆ, ਤੂੰ ਪਹਿਲਾਂ ਕੁਝ ਲੈ ਕੇ ਨਹੀਂ ਗਿਆ, ਚੱਲ ਸ਼ਾਇਦ ਹੋ ਸਕਦਾ ਹੈ ਭੁੱਲ ਗਿਆ ਹੋਵੇਂ, ਹਾਂ ਹੁਣ ਦੱਸ ਤੈਨੂੰ ਕੀ ਚਾਹੀਦਾ ਹੈ। ਫਕੀਰ ਫਿਰ ਉਸ ਰਾਜੇ ਵੱਲ ਦੇਖਦਾ ਹੈ ਤੇ ਪਿੱਛੇ ਖੜੀ ਕਤਾਰ ਨੂੰ ਵੇਖਦਾ ਹੈ, ਫਿਰ ਮੁਸਕਰਾ ਕੇ ਹੱਸਦਾ ਹੈ ਤੇ ਫਿਰ ਵਾਪਸ ਚਲਾ ਜਾਂਦਾ ਹੈ ਤੇ ਸਭ ਤੋਂ ਪਿੱਛੇ ਜਾ ਕੇ ਫਿਰ ਦੁਬਾਰਾ ਖੜਾ ਹੋ ਜਾਂਦਾ ਹੈ। ਏਦਾਂ ਹੀ ਕਰਦੇ ਕਰਦੇ ਦੁਪਹਿਰ ਹੋਈ, ਦੁਪਹਿਰ ਨੂੰ ਫਿਰ ਆਇਆ, ਫਿਰ ਉਹੀ ਜਿਹੜਾ ਆਪਣਾ ਪ੍ਰਕਰਨ ਉਹ ਦੁਹਰਾਉਂਦਾ ਹੈ।
ਫਿਰ ਉਹੀ ਵਿਵਹਾਰ ਦੁਹਰਾਉਂਦਾ ਹੈ, ਫਿਰ ਮੁੜ ਕੇ ਜਾ ਕੇ ਪਿੱਛੇ ਖੜਾ ਹੋ ਗਿਆ। ਇਸੇ ਤਰ੍ਹਾਂ ਦਿਨ ਦੇ ਵਿੱਚ ਲਗਭਗ ਇੰਨੀ ਲੰਮੀ ਕਤਾਰ ਸੀਗੀ, 5-6 ਵਾਰੀ ਅੱਗੇ ਆਇਆ, ਪਰ ਕੁਝ ਨਾ ਲੈ ਕੇ ਰਾਜੇ ਦੇ ਵੱਲ ਦੇਖ ਕੇ ਮੁਸਕਰਾ ਕੇ ਸ਼ਾਂਤ ਅਵਸਥਾ ਦੇ ਵਿੱਚ ਔਰ ਮੁਸਕਰਾ ਕੇ ਉਸ ਕਤਾਰ ਨੂੰ ਵੇਖ ਕੇ ਮੁੜ ਕੇ ਫਿਰ ਪਿੱਛੇ ਖੜਾ ਹੋ ਜਾਂਦਾ ਜਾ ਕੇ। ਰਾਜਾ ਬੜਾ ਅਚੰਭਤ ਹੋਇਆ। ਲਾਸਟ ਸਮਾਂ ਸੀ ਜਦੋਂ ਆਖਰੀ ਵਾਰ ਆਇਆ ਨਾ, 2 ਕੁ ਬੰਦੇ ਰਹਿ ਗਏ ਸਨ ਪਿੱਛੇ, ਸਿਰਫ ਸਾਰਿਆਂ ਦੀਆਂ ਮਨਾਂ ਦੀਆਂ ਮੁਰਾਦਾਂ ਰਾਜੇ ਨੇ ਉਸ ਦਿਨ ਪੂਰੀ ਕਰ ਦਿੱਤੀਆਂ। ਫਕੀਰ ਫਿਰ ਆਇਆ, ਉਹਦੇ ਪਿੱਛੇ ਇੱਕ ਹੋਰ ਬੰਦਾ ਖੜਾ ਹੈ, ਉਸਨੇ ਉਸ ਬੰਦੇ ਵੱਲ ਵੇਖਿਆ ਤੇ ਉਸ ਨੂੰ ਅੱਗੇ ਕੀਤਾ। ਰਾਜੇ ਨੇ ਉਹਦੀ ਵੀ ਮੁਰਾਦ ਪੂਰੀ ਕੀਤੀ ਤੇ ਅੰਤ ਨੂੰ ਜਦੋਂ ਕੱਲਾ ਰਹਿ ਗਿਆ ਤੇ ਰਾਜਾ ਕਹਿੰਦਾ ਮੈਂ ਤੈਨੂੰ ਸਵੇਰ ਦਾ ਦੇਖ ਰਿਹਾ ਹਾਂ, ਇੰਨੀ ਲੰਮੀ ਕਤਾਰ ਦੇ ਵਿੱਚ ਖੜਾ ਹੈ, ਤੇਰੇ ਹਾਲਾਤ ਤੋਂ ਦੇਖ ਕੇ ਲੱਗਦਾ ਹੈ ਕਿ ਤੇਰੇ ਕੋਲ ਬਹੁਤਾ ਕੁਛ ਨਹੀਂ, ਤੇਰੇ ਕੋਲ ਬਹੁਤਾ ਸਰਮਾਇਆ ਵੀ ਨਹੀਂ, ਪਰ ਤੇਰੀ ਇਸ ਅਵਸਥਾ ਤੋਂ ਦੇਖ ਕੇ ਲੱਗਦਾ ਹੈ, ਤੇਰੀ ਇਸ ਪ੍ਰਸੰਨ ਚਿੱਤਤਾ ਤੋਂ ਦੇਖ ਕੇ ਲੱਗਦਾ ਹੈ, ਤੇਰੀ ਸ਼ਾਂਤ ਚਿੱਤ ਅਵਸਥਾ ਤੋਂ ਦੇਖ ਕੇ ਲੱਗਦਾ ਹੈ ਕਿ ਤੇਰੇ ਅੰਦਰ ਬਹੁਤ ਕੁਛ ਹੈ। ਰਾਜਾ ਵੀ ਇੰਨੀ ਦੇਰ ਚ ਸਮਝ ਗਿਆ ਸੀ, ਪਰ ਮੈਨੂੰ ਤੇਰਾ ਇਹ ਵਿਵਹਾਰ ਸਮਝ ਨਹੀਂ ਆਇਆ, ਆਖਿਰ ਕੀ ਕਾਰਨ ਹੈ, ਤੂੰ ਇੰਨੀ ਵਾਰੀ ਕਤਾਰ ਵਿੱਚ ਆਇਆ ਤੇ ਕੁਝ ਲੈ ਕੇ ਨਹੀਂ ਗਿਆ, ਨਾ ਹੀ ਲੱਗਦਾ ਤੇ ਚੰਗਾ ਸੀ। ਰਾਜਾ ਜਦੋਂ ਇਹ ਪ੍ਰਸ਼ਨ ਕਰਦਾ ਹੈ ਤੇ ਫਕੀਰ ਉਸਨੂੰ ਇਹ ਗੱਲ ਜਵਾਬ ਦਿੰਦਾ ਇਸ ਗੱਲ ਦਾ। ਉਹ ਕਹਿਣ ਲੱਗਾ ਵੀ ਰਾਜਾ ਵੀ ਗੱਲ ਤੇਰੀ ਠੀਕ ਹੈ, ਤੇਰੇ ਕੋਲ ਖਜ਼ਾਨਾ ਹੈ ਜਿਹਨੂੰ ਤੂੰ ਅੱਜ ਆਪਣੇ ਜਨਮ ਦਿਨ ਤੇ ਲੁਟਾ ਰਿਹਾ ਹੈ, ਤੂੰ ਲੁਟਾ ਰਿਹਾ ਨਾ, ਤੇਰੇ ਕੋਲ ਖਜ਼ਾਨਾ ਹੈ, ਤੂੰ ਦੇ ਰਿਹਾ ਕੁਛ। ਉਹ ਕਹਿੰਦਾ ਜਦੋਂ ਤੂੰ ਢੰਡੋਰਾ ਪਿਟਵਾਇਆ ਤੇ ਮੈਂ ਵੀ ਸੋਚ ਰਿਹਾ ਸੀ ਕਿ ਅੱਜ ਮੇਰਾ ਵੀ ਜਨਮ ਦਿਨ ਹੈ, ਮੈਨੂੰ ਕੋਈ ਆਪਣੇ ਜਨਮ ਦਿਨ ਦੀ ਯਾਦ ਆ ਗਈ। ਵੈਸੇ ਤਾਂ ਮੈਂ ਭੁੱਲਿਆ ਬੈਠਾ ਸਾਂ, ਪਰ ਅੱਜ ਮੈਨੂੰ ਯਾਦ ਆ ਗਿਆ ਤੇ ਮੈਂ ਸੋਚਿਆ ਕਿ ਰਾਜਾ ਆਪਣੇ ਖਜ਼ਾਨੇ ਦਾ ਇਸਨੇ ਮੂੰਹ ਖੋਲ ਦਿੱਤਾ ਹੈ, ਇਹ ਸਾਰਾ ਕੁਝ ਪਦਾਰਥ ਮਟੀਰੀਅਲ ਵੰਡ ਰਿਹਾ ਹੈ ਤੇ ਮੇਰੇ ਕੋਲ ਦੇਣ ਵਾਸਤੇ ਕੀ ਹੈ। ਤੇ ਰਾਜੇ ਨੂੰ ਕਹਿਣ ਲੱਗਾ ਵੀ ਮੇਰੇ ਕੋਲ ਦੇਣ ਵਾਸਤੇ ਇੱਕੋ ਚੀਜ਼ ਸੀ, ਉਹ ਸੀ ਮੇਰੀ ਵਾਰੀ। ਜਦੋਂ ਮੇਰੀ ਵਾਰੀ ਹੁੰਦੀ ਸੀ ਨਾ ਲੈਣ ਦੀ, ਤੇ ਮੈਂ ਦੂਜੇ ਆਪਣੀ ਵਾਰੀ ਛੱਡ ਕੇ ਦੂਜੇ ਨੂੰ ਦੇ ਦਿੰਦਾ ਸੀ। ਮੇਰੇ ਕੋਲ ਦੇਣ ਵਾਸਤੇ ਸਿਰਫ ਮੇਰੀ ਵਾਰੀ ਸੀ, ਇਸ ਕਰਕੇ ਮੈਂ ਆਪਣੀ ਵਾਰੀ ਵਾਰ-ਵਾਰ ਦੂਜਿਆਂ ਨੂੰ ਦੇ ਰਿਹਾ ਸੀ। ਮੈਂ ਇਹੀ ਕੁਝ ਦੇ ਸਕਦਾ ਸਾਂ ਜੋ ਕੁਝ ਮੈਂ ਦੇ ਰਿਹਾ ਸੀ। ਤੇਰੇ ਵਾਸਤੇ, ਤੇਰੇ ਕੋਲੋਂ ਮੈਂ ਕੁਝ ਲੈਣ ਨਹੀਂ ਸੀ ਆਇਆ, ਮੈਂ ਕੁਝ ਦੇਣ ਵਾਸਤੇ ਆਇਆ ਸੀ। ਤੇਰੇ ਕੋਲ ਖਜ਼ਾਨਾ ਸੀ ਦੇਣ ਵਾਸਤੇ, ਮੇਰੇ ਕੋਲ ਮੇਰੀ ਵਾਰੀ ਸੀ। ਇਸੇ ਤਰ੍ਹਾਂ ਮਨ ਦੀਆਂ ਜਿਹੜੀਆਂ ਲੋੜਾਂ ਨੇ, ਮਨ ਦੀ ਜਿਹੜੀਆਂ ਵਾਸ਼ਨਾਵਾਂ ਨੇ, ਇਹ ਇੱਕ ਨਿਰਧਨ ਇਨਸਾਨ ਜਿਹੜਾ ਜਿਹਦੇ ਕੋਲ ਕੁਝ ਵੀ ਨਹੀਂ, ਜਿਹਦੇ ਕੋਲ ਖਾਣ ਵਾਸਤੇ ਕੁਝ ਨਹੀਂ, ਪਾਣ ਵਾਸਤੇ ਕੁਝ ਚੰਗਾ ਨਹੀਂ, ਬੱਚਿਆਂ ਨੂੰ ਚੰਗੀ ਸਟੱਡੀ ਨਹੀਂ ਕਰਵਾ ਸਕਦਾ, ਕੋਈ ਚੰਗਾ ਵਾਹੀਕਲ ਨਹੀਂ ਲੈ ਸਕਦਾ, ਨਿਰਾਸ਼ ਹੋਣ ਦੀ ਲੋੜ ਤੇ ਨਹੀਂ। ਦੁਨੀਆ ਦਾ ਸਭ ਤੋਂ ਸੰਤੁਸ਼ਟ ਇਨਸਾਨ, ਥਾਈਲੈਂਡ ਵਿੱਚ ਨਾ ਇੱਕ ਗੁਰਮਤਿ ਕਲਾਸ ਲੱਗਦੀ ਹੈ, ਉੱਥੇ ਬੀਬੀਆਂ ਦੀ ਅਲੱਗ ਕਲਾਸ ਹੁੰਦੀ ਹੈ। ਥਾਈਲੈਂਡ ਦਾ ਬੈਂਕਾਕ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਬੜਾ ਵਧੀਆ ਉੱਥੇ ਦਾ ਜਿਹੜਾ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਦਾ। ਉੱਥੇ ਬਾਕਾਇਦਾ ਵੀਕ ਡੇਜ਼ ਦੇ ਵਿੱਚ ਨਾ ਗੁਰਮਤਿ ਕਲਾਸ ਲੱਗਦੀ ਹੈ, ਜਿਵੇਂ ਅਸੀਂ ਕਲਾਸ ਦੇ ਵਿੱਚ ਅੱਜ ਜੁੜੇ ਹਾਂ। ਤੇ ਉੱਥੇ ਉਸ ਕਲਾਸ ਦੇ ਵਿੱਚ ਨੇ ਇੱਕ ਕੁਐਸਚਨ ਕੀਤਾ ਸੀਗਾ, ਤੇ ਉਹ ਕੁਐਸਚਨ ਇਹ ਕੀਤਾ ਕਿ ਕਹਿੰਦੇ ਕਿ ਸਾਡੇ ਬੱਚੇ ਕਹਿੰਦੇ ਨੇ ਕਿ ਅਸੀਂ ਇਹ ਗੁਰਮਤਿ ਵਾਲੀ ਆਈਡੀਓਲੋਜੀ ਕਿਉਂ ਅਪਣਾਈਏ, ਸਾਨੂੰ ਕੀ ਮਿਲੇਗਾ। ਉਹਨਾਂ ਵਿੱਚੋਂ ਇੱਕ ਬੱਚਾ ਬੜਾ ਜਿਹੜਾ ਹੈ ਉਹ ਲਿਟਰੇਚਰ ਉਸਨੇ ਪੜ੍ਹਿਆ ਸੀ, ਤੇ ਉਹ ਕਹਿਣ ਲੱਗਾ ਵੀ ਮੈਂ ਪੜ੍ਹਿਆ ਵੀ ਜਿਹੜੇ ਭਗਤ ਕਬੀਰ ਸੀਗੇ ਨਾ, ਇਹ ਤੇ ਵੀਵਰ ਸੀਗੇ, ਇਹ ਵੀਵਰ ਸੀਗੇ, ਜੁਲਾਹੇ ਸੀ, ਆਪਣਾ ਘਰ ਮਸਾਂ ਬਣਾ ਸਕੇ ਨੇ। ਤੇ ਸਾਡੇ ਕੋਲ ਤੇ ਇੱਥੇ ਬੜੀਆਂ ਵਧੀਆਂ ਥਾਈਲੈਂਡ ਵਿੱਚ ਸਾਡੇ ਕੋਲ ਫੈਕਟਰੀਜ਼ ਨੇ, ਸਾਡੇ ਕੋਲ ਬੜੇ ਆਲੀਸ਼ਾਨ ਘਰ ਨੇ, ਸਾਡੇ ਕੋਲ ਹੋਟਲਸ ਨੇ ਆਪਣੇ ਖੁਦ ਦੇ ਬਣਾਏ ਹੋਏ, ਤੇ ਜੇ ਅਸੀਂ ਉਸ ਢਰੇ ਤੇ ਚੱਲਾਂਗੇ ਤੇ ਅਸੀਂ ਤੇ ਵੀਵਰ ਬਣ ਕੇ ਰਹਿ ਜਾਵਾਂਗੇ, ਤੇ ਸਾਨੂੰ ਮਿਲੇਗਾ ਕੀ। ਤੇ ਉਹ ਸਵਾਲ ਉਹਨਾਂ ਨੇ ਸਾਹਮਣੇ ਰੱਖਿਆ ਸੀ, ਤੇ ਮੈਂ ਉਹਨਾਂ ਨੂੰ ਜਵਾਬ ਜਿਹੜਾ ਇਸ ਰੂਪ ਦੇ ਵਿੱਚ ਰਿਆਸ ਦਿੱਤਾ ਸੀ ਕਿ ਆਪਣੇ ਬੱਚੇ ਨੂੰ ਜਾ ਕੇ ਪੁੱਛਿਓ ਕਿ ਭਗਤ ਕਬੀਰ ਸਾਹਿਬ ਜੀ ਦੇ ਸਮੇਂ ਦੇ ਅੰਦਰ ਨਾ ਉਸ ਟਾਈਮ ਦਾ ਸਭ ਤੋਂ ਅਮੀਰ ਇਨਸਾਨ ਦੇਸ਼ ਦਾ ਜਾਂ ਉਸ ਇਲਾਕੇ ਦਾ ਸਭ ਤੋਂ ਵੱਡਾ ਸ਼ਾਹੂਕਾਰ ਕੌਣ ਸੀ। ਤੇ ਉਹ ਅਗਲੇ ਦਿਨ ਗਏ ਤੇ ਜਾ ਕੇ ਪੁੱਛਦੇ ਵੀ, ਕਹਿੰਦੇ ਉਹ ਤਾਂ ਨਹੀਂ ਪਤਾ। ਪੂਰੇ ਦੇਸ਼ ਦੇ ਸ਼ਾਹੂਕਾਰਾਂ ਦਾ ਨਾਮ ਉਹਨਾਂ ਸਮਿਆਂ ਦੇ ਵਿੱਚ, ਵੱਡੇ ਵੱਡੇ ਤਨਾੜ ਲੋਕਾਂ ਦਾ ਨਾਮ ਸਾਨੂੰ ਯਾਦ ਨਹੀਂ ਹੋਵੇਗਾ, ਪਰ ਅੱਜ ਉਹ ਇੱਕ ਨਿੱਕੀ ਜਿਹੀ ਝੌਂਪੜੀ ਵਿੱਚ ਰਹਿਣ ਵਾਲੇ, ਨਿੱਕੇ ਜਿਹੇ ਥਾਂ ਦੇ ਉੱਤੇ ਰਹਿਣ ਵਾਲੇ, ਜਿਹੜੇ ਆਪਣੇ ਬੱਚਿਆਂ ਦਾ ਮਸਾਂ ਪੇਟ ਹੀ ਪੂਰਾ ਕਰਦੇ ਹੋਣਗੇ, ਅੰਨ ਰੋਟੀ ਪੂਰੀ ਕਰਦੇ ਹੋਣਗੇ, ਪਰ ਲੇਕਿਨ ਅੱਜ ਤੱਕ ਅਸੀਂ ਉਹਨਾਂ ਦੇ ਨਾਮ ਨੂੰ ਯਾਦ ਕਰ ਰਹੇ ਹਾਂ, ਅੱਜ ਤੱਕ ਉਹਨਾਂ ਦੇ ਨਾਮ ਦੇ ਨਾਲ ਜੁੜ ਰਹੇ ਹਾਂ। ਇਹ ਹੈ ਉਹ ਲੋਕ ਜਿਨ੍ਹਾਂ ਲੋਕਾਂ ਦੀਆਂ ਆਸ਼ਾਵਾਂ ਪੂਰੀਆਂ ਹੋ ਚੁੱਕੀਆਂ ਸੀ। ਪੂਰੀਆਂ ਹੋਣ ਦਾ ਮਤਲਬ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ ਕਿ ਆਸ਼ਾਵਾਂ ਪੂਰੀਆਂ ਹੋਣ ਦਾ ਮਤਲਬ ਮਰ ਜਾਣਾ, ਆਸ਼ਾਵਾਂ ਖਤਮ ਹੀ ਹੋ ਗਈਆਂ।
ਹੁਣ ਉਹ ਦੁਨੀਆ ਦੇ ਸਭ ਤੋਂ ਤ੍ਰਿਪਤ ਇਨਸਾਨ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਵਾਸ਼ਨਾਵਾਂ ਨਹੀਂ, ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਆਸ਼ਾਵਾਂ ਨਹੀਂ, ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਇੱਛਾਵਾਂ ਵੀ ਨਹੀਂ। ਇਹ ਨਹੀਂ ਕਿ ਇੱਛਾਵਾਂ ਨੂੰ ਮਾਰ ਲਿਆ, ਨਹੀਂ, ਸਮਝ ਲਿਆ ਸੀ ਕਿ ਜੇ ਮੈਂ ਕਿਸੇ ਮੈਰਿਜ ਦੇ ਵਿੱਚ ਜਾਣਾ ਹੈ ਤੇ ਜੇ ਮੈਂ ਇੱਕ ਚੰਗਾ ਬੜਾ ਮਹਿੰਗਾ ਸੂਟ ਪਾਇਆ, ਔਰ ਉਹ ਬੜਾ ਮਹਿੰਗਾ ਸੂਟ ਪਾਇਆ, ਪਰ ਮੇਰੀ ਉਸ ਜੋ ਕੁਛ ਮੈਂ ਸਰਮਾਇਆ ਖਰਚ ਸਕਦਾ ਹਾਂ, ਉਸ ਤੋਂ ਵੱਧ ਕੇ ਮੈਂ ਖਰਚਿਆ, ਉਸ ਤੋਂ ਵੱਧ ਕੇ ਮੈਂ ਖਰਚ ਲਿਆ, ਲੇਕਿਨ ਦੁਬਾਰਾ ਮੈਂ ਉਸ ਸੂਟ ਨੂੰ ਜਿਹੜਾ ਹੈ ਆਪਣੇ ਵਾਰਡਰੋਬ ਦੇ ਵਿੱਚ ਜਾਂ ਆਪਣੀ ਅਲਮੀਰਾ ਦੇ ਵਿੱਚ ਰੱਖ ਦਿੱਤਾ, ਫਿਰ ਮੁੜ ਕੇ ਪਾਇਆ ਨਾ। ਲੇਕਿਨ ਹਾਂ ਠੀਕ 2-3 ਦਿਨ ਬਾਅਦ ਇੱਕ ਹੋਰ ਮੈਰਿਜ ਆ ਗਈ, ਫਿਰ ਮੈਂ ਹੋਰ 25-30 ਹਜ਼ਾਰ ਦਾ ਲੈ ਆਇਆ, ਫਿਰ ਹੋਰ ਤੀਜਾ ਆ ਗਿਆ। ਏਦਾਂ ਹੀ ਇਸ ਰੂਪ ਦੇ ਅੰਦਰ ਮੈਂ ਲੈਂਦਾ ਰਿਹਾ। ਕੀ ਹੋਇਆ? ਤ੍ਰਿਸ਼ਨਾ ਖਤਮ ਨਹੀਂ ਹੋਈ ਨਾ, ਆਸ਼ਾਵਾਂ ਖਤਮ ਨਹੀਂ ਹੋਈਆਂ, ਔਰ ਮੈਂ ਉਸੇ ਰੂਪ ਦੇ ਅੰਦਰ ਆਪਣੀ ਜ਼ਿੰਦਗੀ ਦੇ ਢਰੇ ਦੇ ਉੱਤੇ ਚੱਲ ਗਿਆ, ਤੁਰ ਪਿਆ। ਕਿਉਂਕਿ ਲੋਕ ਕਹਿੰਦੇ ਨੇ, ਸਮਾਜ ਕਹਿੰਦਾ ਹੈ, ਸਾਡੀ ਸੁਸਾਇਟੀ ਕਹਿੰਦੀ ਹੈ, ਔਰ ਅਸੀਂ ਸੁਸਾਇਟੀ ਦੇ ਮੁਤਾਬਕ ਚੱਲਣਾ ਚਾਹੁੰਦੇ ਹਾਂ। ਪਰ ਭਗਤਾਂ ਨੇ ਸਾਨੂੰ ਸਿਖਾਇਆ ਕਿ ਜੇ ਲੋਕਾਂ ਦੇ ਨਾਲ ਚੱਲਾਂਗੇ, ਸਮਾਜ ਦੇ ਨਾਲ, ਜਿਵੇਂ ਸਮਾਜ ਨੱਕ ਨੂੰ ਮੂੰਹ ਰੱਖ ਕੇ ਚੱਲਦਾ ਹੈ, ਜੇ ਇੱਕ ਐਜ਼ ਅ ਸਿੱਖ ਅਸੀਂ ਉਸ ਰੂਪ ਦੇ ਅੰਦਰ ਚੱਲਾਂਗੇ ਤੇ ਸ਼ਾਂਤ ਨਹੀਂ ਹੋ ਸਕਾਂਗੇ ਕਦੇ ਵੀ। ਸਿੱਖ ਦਾ ਇੱਕ ਵੱਖਰਾ ਰੂਪ ਹੋਣਾ ਚਾਹੀਦਾ ਹੈ, ਸਿੱਖ ਦਾ ਇੱਕ ਵੱਖਰਾ ਕਰੈਕਟਰ ਹੋਣਾ ਚਾਹੀਦਾ ਹੈ, ਸਿੱਖ ਦੀ ਇੱਕ ਵੱਖਰੀ ਸੋਚ ਹੋਣੀ ਚਾਹੀਦੀ ਹੈ। ਭਗਤ ਰਵਿਦਾਸ ਜੀ ਕੋਈ ਬਹੁਤੇ ਚੰਗੇ ਧਨਾੜ ਨਹੀਂ ਸੀ। ਇਹਦਾ ਮਤਲਬ ਇਹ ਨਹੀਂ ਕਿ ਧਨਾੜ ਹੋਣਾ ਗਲਤ ਹੈ। ਇੱਥੇ ਇਹ ਵੀ ਮਨ ਵਿੱਚ ਬਿਰਤੀ ਨਾ ਆਏ ਕਿ ਧਨੀ ਨਾ ਹੋਵੇ ਸਿੱਖ, ਨਹੀਂ, ਐਸੀ ਕੋਈ ਬਾਤ ਨਹੀਂ। ਹਾਂ, ਧਨਾੜ ਹੋਵੇ, ਪਰ ਉਹਦੇ ਅੰਦਰ ਇੰਨਾ ਕੁ ਸੰਤੋਖ ਵੀ ਹੋਵੇ ਕਿ ਉਹਦੀਆਂ ਇਹ ਡਿਜ਼ਾਇਰਸ ਜਿਹੜੀਆਂ ਨੇ, ਇਹ ਡਿਜ਼ਾਇਰਸ, ਇਹ ਆਸ਼ਾਵਾਂ ਜਿਹੜੀਆਂ ਨੇ, ਇਸ ਨੂੰ ਪਰੇਸ਼ਾਨ ਨਾ ਕਰ ਸਕਣ। ਧਨਾੜ ਹੋਵੇ, ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੋਣਾ ਚਾਹੀਦਾ ਹੈ, ਕਿਉਂਕਿ ਸਾਡਾ ਤੇ ਕਨਸੈਪਟ ਹੀ ਹੈ ਕਿ ਧਰਮ ਦੀ ਕਿਰਤ ਕਰਨੀ ਹੈ, ਅਸੀਂ ਨਾਮ ਜਪਣਾ ਹੈ, ਵੰਡ ਕੇ ਛਕਣਾ ਹੈ। ਧਰਮ ਦੀ ਕਿਰਤ ਕਰੇਗਾ ਹੀ ਕਿਰਤੀ ਇਨਸਾਨ, ਮਿਹਨਤ ਕਰਨ ਵਾਲਾ ਇਨਸਾਨ ਕਰੇਗਾ ਨਾ। ਤੇ ਜਿਹੜਾ ਮਿਹਨਤ ਕਰੇਗਾ ਤੇ ਫਿਰ ਲਾਜ਼ਮੀ ਹੈ ਉਹਦੇ ਕੋਲ ਸਰਮਾਇਆ ਵੀ ਆਏਗਾ, ਉਹਦੇ ਕੋਲ ਧਨ ਦੌਲਤ ਵੀ ਆਏਗਾ, ਉਹ ਚੰਗੇ ਦੇਸ਼ਾਂ ਦੇ ਅੰਦਰ ਸੈਟਲ ਵੀ ਹੋਏਗਾ, ਔਰ ਉਹ ਬੜੇ ਵੱਡੇ ਜਿਹੜੇ ਇੰਡਸਟਰੀ ਵੀ ਲਾਵੇਗਾ, ਔਰ ਉਹ ਬੜੇ ਵੱਡੇ ਉੱਚੇ ਮੁਰਾਤਬਿਆਂ ਤੇ ਵੀ ਪਹੁੰਚੇਗਾ। ਇਹਦਾ ਮਤਲਬ ਨਹੀਂ ਗੁਰਮਤ ਦਾ ਕਿ ਗੁਰਮਤ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਅੱਗੇ ਨਹੀਂ ਵਧਣਾ, ਲੇਕਿਨ ਹਾਂ, ਡਿਜ਼ਾਇਰਸ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਰੱਖਣਾ ਹੈ। ਔਰ ਇਹਦਾ ਇਹ ਮਤਲਬ ਜਿਹੜਾ ਅਸੀਂ ਲਿਆ ਹੈ ਕਿ ਜਿਹੜਾ ਕੋਈ ਨਿਰਧਨ ਹੈ ਉਹ ਵੀ ਇਸ ਸੋਚ ਵਿੱਚ ਨਾ ਚਲਾ ਜਾਏ ਕਿ ਮੈਂ ਤੇ ਬੜਾ ਗਰੀਬੜਾ ਹਾਂ, ਮੈਂ ਬੜਾ ਗਰੀਬ ਹਾਂ ਤੇ ਮੇਰੀ ਮਨ ਦੀਆਂ ਜਿਹੜੀਆਂ ਉਹ ਲੋੜਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ, ਉਹ ਇਹਦੇ ਅੰਦਰ ਰਹਿ ਕੇ ਹੀਨ ਭਾਵਨਾ ਵਿੱਚ ਚਲਾ ਜਾਏ, ਡਿਪਰੈਸ਼ਨ ਵਿੱਚ ਚਲਾ ਜਾਏ। ਐਸਾ ਵੀ ਨਹੀਂ। ਗੁਰੂ ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਨਗਰ ਵਸਾਇਆ ਨਾ, ਜਿਹਨੂੰ ਅਸੀਂ ਇੱਕ ਰੋਲ ਮਾਡਲ ਨਗਰ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਵਸਾਇਆ, ਉਸ ਨਗਰ ਦੇ ਅੰਦਰ ਨਾ ਗੁਰੂ ਸਾਹਿਬ ਜੀ ਨੇ ਇੱਕ ਦਿਨ ਸ਼ਾਮ ਸਨ, ਧਰਮਸ਼ਾਲਾ ਤੋਂ ਸਵੇਰ ਦਾ ਵੇਲਾ ਸੀਗਾ, ਸਵੇਰ ਦੇ ਵੇਲੇ ਤੋਂ ਉਹ ਪੈਲੀ ਵੱਲ ਨੂੰ ਗਏ ਤੇ ਉੱਥੇ ਕੁਝ ਉਹ ਸਮਾਂ ਸੀ ਜਦੋਂ ਦਾਣੇ ਝਾੜੇ ਹੋਏ ਸਨ, ਯਾਨੀ ਕਿ ਪਹਿਲਾਂ ਦਾਣਿਆਂ ਦੇ ਭਾਰ ਲਾ ਲੈਂਦੇ ਸਨ, ਫਸਲਾਂ ਕੱਟੀਆਂ ਸੀਗੀ, ਦਾਣੇ ਝਾੜ ਲਏ ਸਨ, 2 ਭਾਰ ਲੱਗੇ ਹੋਏ ਸਨ ਦਾਣਿਆਂ ਦੇ। ਇੱਕ ਜਿਹੜਾ ਸਿੱਖ ਸੀਗਾ, ਗੁਰੂ ਸਾਹਿਬ ਦੇਖਦੇ ਨੇ ਪੈਲੀ ਵਿੱਚ ਖੜਾ ਹੈ, ਉਹ 2 ਦਾਣਿਆਂ ਦੇ ਭਾਰਾਂ ਵਿੱਚੋਂ ਨਾ ਬੜੀ ਤੇਜ਼ੀ ਨਾਲ, ਇੱਕ ਭਾਰ ਵਿੱਚੋਂ ਦੂਜੇ ਭਾਰ ਵਿੱਚ ਨਾ ਦੋਵੇਂ ਹੱਥਾਂ ਦੇ ਨਾਲ ਬੜੀ ਤੇਜ਼ੀ ਦਾਣੇ ਦੂਜੇ ਪਾਸੇ ਪਾ ਰਿਹਾ ਸੀ। ਤੇ ਗੁਰੂ ਸਾਹਿਬ ਨੇ ਸੋਚਿਆ ਸ਼ਾਇਦ ਕੋਈ ਕਿਤੇ ਚੋਰੀ ਨਾ ਕਰਦਾ ਹੋਵੇ, ਆਪਣੇ ਭਾਰ ਦੇ ਵਿੱਚ ਨਾ ਪਾਉਂਦਾ ਹੋਵੇ, ਤੇ ਜਾ ਕੇ ਕੋਲ ਕਹਿਣ ਲੱਗੇ, ਬਈ ਪੁਰਖਾ ਵੀ ਤੂੰ ਕੀ ਕਰ ਰਿਹਾ, ਕੀ ਕਰ ਰਿਹਾ? ਤੇ ਉਹ ਬੰਦਾ ਕਹਿਣ ਲੱਗਾ, ਕਹਿੰਦਾ ਗੁਰੂ ਸਾਹਿਬ ਜੀ, ਮੈਂ ਹਾਂ ਇੱਕ ਅਦਨਾ ਜਿਹਾ ਸਿੱਖ ਜਿਹੜਾ ਕਰਤਾਰਪੁਰ ਸਾਹਿਬ ਨਗਰ ਵਿੱਚ ਰਹਿੰਦਾ, ਪੈਲੀ ਮੇਰੀ ਹੈ, ਮੈਂ ਹਾਂ ਛੋਟਾ ਭਰਾ, ਇਹ ਜਿਹੜਾ ਭਾਰ ਹੈ ਇਹ ਮੇਰੇ ਵੱਡੇ ਭਰਾ ਦਾ ਹੈ, ਮੇਰੇ ਵੱਡੇ ਭਰਾ ਦੇ ਸਿਰ ਤੇ ਕਬੀਲਦਾਰੀ ਬੜੀ ਹੈ, ਜ਼ਿੰਮੇਵਾਰੀ ਬੜੀ ਹੈ, ਘਰ ਦਾ ਆਗੂ ਉਹ ਹੈ। ਮੈਂ ਉਹਨੂੰ ਮਨਾ ਕੀਤਾ ਸੀ ਕਿ ਤੂੰ ਦਾਣੇ ਵੰਡ ਨਾ, ਮੈਨੂੰ ਨਾ ਦੇ, ਤੂੰ ਜੋ ਰੱਖੇਗਾ, ਤੂੰ ਜੋ ਖਰਚਾ ਦੇਵੇਂਗਾ ਉਹਦੇ ਮੁਤਾਬਕ ਅਸੀਂ ਸਾਰਾ ਸਾਰ ਲਵਾਂਗੇ, ਕਿਉਂਕਿ ਤੂੰ ਸਿੱਖ ਹੈ ਤੇ ਮੈਨੂੰ ਤੇਰੇ ਉੱਤੇ ਪੂਰਨ ਭਰੋਸਾ ਹੈ ਕਿ ਤੂੰ ਮੇਰੇ ਨਾਲ ਕਦੇ ਧੋਖਾ ਨਹੀਂ ਕਰ ਸਕਦਾ। ਪਰ ਉਸਨੇ ਵੰਡ ਦਿੱਤਾ। ਖੈਰ, ਮੈਂ ਹੁਣ ਉਸਨੂੰ ਮਨਾ ਤੇ ਨਹੀਂ ਕਰ ਸਕਦਾ, ਪਰ ਮੈਂ ਆਪਣੇ ਹਿੱਸੇ ਦਾ ਨਾ ਉਹਨੂੰ ਕੁਝ ਹੱਦ ਤੱਕ ਪਾ ਦੇਣਾ ਤਾਂ ਕਿ ਉਹ ਕਬੀਲਦਾਰੀ ਸਹੀ ਢੰਗ ਨਾਲ ਚਲਾ ਸਕੇ। ਗੁਰੂ ਸਾਹਿਬ ਕਹਿਣ ਲੱਗੇ, ਧੰਨ ਸਿੱਖੀ, ਆਸ਼ਾਵਾਂ ਨਹੀਂ ਨਾ ਬਹੁਤੀਆਂ, ਲੋੜਾਂ ਨਹੀਂ ਬਹੁਤੀਆਂ ਕਿ ਠੀਕ ਹੈ ਜਿਹੜੀ ਮੇਰੀ ਲੋੜ ਹੈ ਉਹ ਉਹਦੇ ਮੁਤਾਬਕ ਮੇਰੇ ਕੋਲ ਹੈ ਮੌਜੂਦ ਚੀਜ਼, ਮੇਰਾ ਭਰਾ ਸੌਖਾ ਹੋ ਜਾਵੇ, ਉਹਦਾ ਵੱਡਾ ਪਰਿਵਾਰ ਹੈ, ਉਹ ਸਾਰਾ ਭਾਰ ਇਸ ਕਰਕੇ ਪਾ ਰਿਹਾ ਸੀ। ਗੁਰੂ ਸਾਹਿਬ ਕਹਿੰਦੇ ਧੰਨ ਸਿੱਖੀ, ਇਹੀ ਚੀਜ਼ ਚਾਹੀਦੀ ਹੈ। ਤੇ ਕਹਿੰਦੇ ਫਿਰ ਸ਼ਾਮ ਹੋਈ ਤੇ ਸ਼ਾਮ ਨੂੰ ਫਿਰ ਗੁਰੂ ਸਾਹਿਬ ਪੈਲੀ ਵੱਲ ਘੁੰਮਣ ਵਾਸਤੇ ਗਏ ਤੇ ਕੀ ਦੇਖਦੇ ਨੇ, ਹੁਣ ਵੱਡਾ ਵੀਰ ਖੜਾ ਹੈ, ਉਹ ਆਪਣੇ ਭਾਰ ਵਿੱਚੋਂ ਛੋਟੇ ਵੀਰ ਦੇ ਵਿੱਚ ਪਾ ਰਿਹਾ ਬੜੀ ਤੇਜ਼ੀ ਨਾਲ। ਤੇ ਗੁਰੂ ਸਾਹਿਬ ਉਹਨੂੰ ਪੁੱਛਦੇ ਨੇ ਵੀ ਜਾ ਕੇ ਵੀ ਤੂੰ ਕਿਉਂ ਆਹ ਚੀਜ਼ ਕਰਦਾ ਹੈ? ਤੇ ਉਹ ਕਹਿਣ ਲੱਗੇ ਮੇਰਾ ਛੋਟੇ ਵੀਰ ਦਾ ਭਾਰ ਹੈ, ਉਹਨੇ ਮੇਰੇ ਕੋਲੋਂ ਲੈਣਾ ਨਹੀਂ, ਮੈਨੂੰ ਪਤਾ ਹੈ,
ਤੇ ਉਹਦੇ ਕੋਲੋਂ ਕਰਜ਼ਾ ਥੋੜਾ ਜਿਹਾ ਜ਼ਿਆਦਾ, ਇਸ ਕਰਕੇ ਮੈਂ ਸੋਚਦਾ ਸਾਂ ਕਿ ਆ ਜਿਹੜਾ ਭਾਰ ਵਿੱਚੋਂ ਥੋੜਾ ਜਿਹਾ ਆਪਣੇ ਵਿੱਚੋਂ ਹੋਰ ਇਹਦੇ ਕੋਲ ਪਾ ਦੇਵਾਂ, ਇਹ ਆਪਣਾ ਕਰਜ਼ਾ ਲਾ ਸਕੇ ਤੇ ਸੌਖਾ ਹੋ ਸਕੇ। ਆਪਣੇ ਤੋਂ ਜ਼ਿਆਦਾ ਦੂਜੇ ਨੂੰ ਪਹਿਲ ਦੇਣਾ, ਯਾਨੀ ਕਿ ਆਪਣੀਆਂ ਲੋੜਾਂ, ਆਪਣੀਆਂ ਆਸ਼ਾਵਾਂ ਖਤਮ ਨੇ। ਇਸੇ ਸਿੱਖੀ ਦਾ ਕਨਸੈਪਟ ਜਿਹੜਾ ਘਰ ਘਰ ਅੰਦਰ ਧਰਮਸ਼ਾਲ ਦਾ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਜੀ ਦੀ ਉਸ ਸਮੇਂ ਦੇ ਦੌਰਾਨ ਸਿੱਖਾਂ ਨੇ ਪੂਰਾ ਕਰਕੇ ਦਿਖਾਇਆ। ਐਸੀ ਅਵਸਥਾ ਦਾ ਨਾਮ ਹੈ ਕਿ ਜਿੱਥੇ ਜਾ ਕੇ ਸਾਡੀਆਂ ਸਾਰੀਆਂ ਲੋੜਾਂ, ਸਾਡੀਆਂ ਸਾਰੀਆਂ ਮੰਗਾਂ, ਸਾਡੀਆਂ ਸਾਰੀਆਂ ਆਸ਼ਾਵਾਂ ਖਤਮ ਹੋ ਜਾਂਦੀਆਂ ਨੇ। ਇਸ ਅਗਲੇਰੇ ਸ਼ਲੋਕ ਦੇ ਅੰਦਰ ਕਬੀਰ ਸਾਹਿਬ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਥੈ ਨਾ ਡੋਲੀ ਜਿਸ ਰਾਖੈ ਸਿਰਜਣਹਾਰ। ਕਿ ਜੋ ਮਨੁੱਖ ਰੱਬ ਜੀ ਦੀ ਯਾਦ ਵਿੱਚ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਜਗਤ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਸੁਖੀ ਹੈਪੀਨੈਸ ਕੀ ਹੈ, ਕੌਣ ਹੈ? ਤੁਸੀਂ ਵੇਖੋ ਕਿ ਸਾਡਾ ਮੂਡ ਹੈ ਨਾ ਜਿਹੜਾ, ਇਹ ਸਵਿੰਗ ਕਰਦਾ ਹੈ। ਬਹੁਤਾਇਤ ਰੂਪ ਦੇ ਵਿੱਚ ਮੂਡ ਸਵਿੰਗ ਕਰਦਾ ਹੈ। ਕਿ ਇੱਕ ਬੰਦਾ ਹੈ, ਉਹ ਬੇਲੋੜੀ ਗੱਲ ਤੇ ਕੋਈ ਗੱਲ ਨਹੀਂ ਖੁਸ਼ੀ ਹੋਣ ਦੀ, ਤੇ ਉਹ ਹੱਸ ਰਿਹਾ ਹੈ, ਖੁਸ਼ ਹੋ ਰਿਹਾ ਹੈ, ਜਦ ਕਿ ਐਸੀ ਕੋਈ ਘਟਨਾ ਨਹੀਂ ਵਾਪਰੀ, ਐਸੀ ਕੋਈ ਖੁਸ਼ੀ ਦਾ ਵੇਲਾ ਨਹੀਂ ਆਇਆ, ਐਸੀ ਕੋਈ ਖੁਸ਼ੀ ਦੀ ਬਾਤ ਨਹੀਂ ਹੋਈ। ਉਹ ਕੀ ਕਰਦਾ ਹੈ ਕਿ ਉਹ ਬੇਲੋੜਾ ਜਿਹੜਾ ਹੈ ਉਹ ਖੁਸ਼ ਹੈ, ਬਗੈਰ ਗੱਲ ਤੋਂ ਜਿਹੜਾ ਹੈ ਉਹ ਖੁਸ਼ ਹੋ ਗਿਆ। ਤੇ ਇਸ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਐਕਸਟ੍ਰੀਮ, ਜਿਹੜਾ ਇੱਕਦਮ ਮਨੋਦਸ਼ਾ ਐਕਸਟ੍ਰੀਮ ਹੈਪੀਨੈਸ ਵਾਲੀ ਆ ਗਈ, ਐਕਸਟ੍ਰੀਮ ਹੈਪੀ ਹੋ ਗਿਆ। ਔਰ ਇਸ ਅਵਸਥਾ ਨੂੰ ਕਿਹਾ, ਜਿਹੜੇ ਮੈਂਟਲ ਸਟੇਟ ਨੂੰ ਸਮਝਣ ਵਾਲੇ ਲੋਕ ਨੇ, ਖਾਸ ਤੌਰ ਤੇ ਸਾਈਕੈਟ੍ਰਿਕ ਲੋਕ ਨੇ, ਉਹ ਬਾਈਪੋਲਰ ਡਿਜ਼ੀਜ਼ ਵੀ ਕਹਿ ਦਿੰਦੇ ਨੇ ਕਿ ਬਾਈਪੋਲਰ ਹੋ ਗਿਆ, ਬਗੈਰ ਗੱਲ ਤੋਂ ਹੱਸਦਾ ਹੈ। ਜਾਂ ਇੱਕ ਉਹ ਦਸ਼ਾ, ਇੱਕ ਉਹ ਮਨੋਦਸ਼ਾ ਕਿ ਕੋਈ ਵੀ ਘਟਨਾ ਨਹੀਂ ਵਾਪਰੀ, ਕੁਝ ਵੀ ਨਹੀਂ ਹੋਇਆ, ਬਿਲਕੁਲ ਨਾਰਮਲ ਜੀਵਨ ਚੱਲ ਰਿਹਾ ਹੈ, ਬੰਦਾ ਬੜਾ ਉਦਾਸ ਹੋ ਕੇ ਬੈਠਾ ਹੋਇਆ, ਬੜਾ ਉਦਾਸ ਹੈ, ਬਹੁਤ ਉਦਾਸ ਹੈ, ਮਨ ਦੇ ਅੰਦਰ ਬੇਚੈਨੀ ਹੈ ਔਰ ਬੜਾ ਉਦਾਸ ਹੋ ਕੇ ਬੈਠਾ ਹੋਇਆ। ਇੱਕ ਇਹ ਅਵਸਥਾ, ਇਹ ਵੀ ਗਲਤ ਹੈ। ਇਹ ਦੋਵੇਂ ਅਵਸਥਾਵਾਂ ਜਿਹੜੀਆਂ ਨੇ, ਇਹ ਦੋਵੇਂ ਅਵਸਥਾ ਹੀ ਗਲਤ ਨੇ। ਜਾਂ ਤੇ ਐਕਸਟ੍ਰੀਮ ਹੈਪੀ ਜਿਹੜਾ ਹੈ ਬੰਦਾ ਹੋ ਗਿਆ, ਜਾਂ ਇੱਕਦਮ ਬੜਾ ਉਦਾਸੀ ਦੇ ਵਿੱਚ ਚਲਾ ਗਿਆ, ਉਦਾਸ ਰਹਿ ਰਿਹਾ ਹੈ, ਬੜਾ ਉਦਾਸ ਅਵਸਥਾ ਦੇ ਅੰਦਰ ਚਲਾ ਗਿਆ। ਬਗੈਰ ਗੱਲ ਤੋਂ ਬੜਾ ਐਕਸਾਈਟਿਡ ਹੋਣਾ ਔਰ ਬਗੈਰ ਦੁੱਖ ਦੇਣ ਵਾਲੀ ਕੋਈ ਘਟਨਾ ਨਾ ਵਾਪਰਨਾ ਤੇ ਦੁਖੀ ਹੋ ਜਾਣਾ, ਇਹ ਕੀ ਹੈ? ਇਹ ਐਬਨੋਰਮੈਲਿਟੀ ਹੈ। ਗੁਰਬਾਣੀ ਇਸ ਨੂੰ ਐਬਨੋਰਮੈਲਿਟੀ ਕਹਿੰਦੀ ਹੈ। ਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਨਾ ਕਿ ਕਬਹੂ ਜਿਹੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਿ ਕਦੀ ਜਿਹੜਾ ਜੀੜਾ ਯਾਨੀ ਕਿ ਸਾਡਾ ਮਨ ਊਬ ਚੜਤ ਹੈ, ਕਦੇ ਇਹ ਬੜਾ ਖੁਸ਼ ਹੋ ਜਾਂਦਾ, ਉੱਤੇ ਬੜਾ ਯੂਫੋਰੀਆ ਵੀ ਚਲਾ ਜਾਂਦਾ ਹੈ ਬਗੈਰ ਗੱਲ ਤੋਂ। ਤੁਸੀਂ ਬਹੁਤ ਸਾਰੇ ਐਸੇ ਲੋਕਾਂ ਦੇ ਨਾਲ ਮਿਲਦੇ ਹੋਵੋਗੇ, ਬਹੁਤ ਸਾਰੇ ਐਸੇ ਲੋਕਾਂ ਨੂੰ ਵੇਖਦੇ ਹੋਵੋਗੇ ਬਗੈਰ ਗੱਲ ਤੋਂ ਬੜੇ ਖੁਸ਼ ਹੁੰਦੇ ਨੇ। ਕਬਹੂ ਜਿਹੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਦੇ ਥੱਲੇ ਆ ਗਿਆ, ਕਦੇ ਮਾਨਸਿਕ ਦਸ਼ਾ ਐਸੀ ਆ ਗਈ ਕਿ ਪਤਾ ਹੀ ਨਹੀਂ, ਹਲੇ ਤੇ ਚੰਗਾ ਭਲਾ ਬੈਠਾ ਜੀ, ਪਤਾ ਨਹੀਂ ਕੀ ਹੋ ਗਿਆ, ਉਦਾਸੀ ਦੇ ਵਿੱਚ ਚਲਾ ਗਿਆ। ਐਬਨੋਰਮੈਲਿਟੀ ਹੈ। ਗੁਰਬਾਣੀ ਸਾਨੂੰ ਨਾ ਜੀਵਨ ਨੂੰ ਬੈਲੈਂਸ ਕਰਨਾ ਸਿਖਾਉਂਦੀ ਹੈ। ਗੁਰਬਾਣੀ ਨੇ ਸਾਨੂੰ ਬੈਲੈਂਸ ਕਰਨਾ ਸਿਖਾਇਆ ਕਿ ਜਦੋਂ ਬਹੁਤ ਤੇਰੇ ਲਾਈਫ ਦੇ ਵਿੱਚ ਕੋਈ ਐਸੀ ਕੋਈ ਬਾਤ ਆ ਗਈ ਕਿ ਖੁਸ਼ੀ ਦੀ ਗੱਲ ਆ ਗਈ, ਤੇ ਐਸਾ ਓਵਰਜੋਇਡ ਵੀ ਨਾ ਹੋ ਜਾ ਕਿ ਤੂੰ ਆਪਣੀ ਰਿਐਲਿਟੀ ਨੂੰ ਭੁੱਲ ਜਾਵੇਂ, ਆਪਣੀ ਰਿਐਲਿਟੀ ਨੂੰ ਭੁੱਲ ਜਾਵੇਂ। ਔਰ ਐਸੀ ਦੁੱਖ ਦੀ ਘੜੀ ਆ ਗਈ, ਕੋਈ ਘਟਨਾ ਵਾਪਰ ਗਈ, ਕੋਈ ਅਨਹੋਣੀ ਵਾਪਰ ਗਈ, ਕੋਈ ਭਾਣਾ ਵਾਪਰ ਗਿਆ, ਫਿਰ ਐਸੇ ਮੈਂਟਲ ਸਟੇਟ ਵਿੱਚ ਵੀ ਨਾ ਆ ਜਾ ਕਿ ਤੈਨੂੰ ਡਿਪਰੈਸ਼ਨ ਨੂੰ ਜਾਵੇ। ਖਾਸ ਤੌਰ ਤੇ ਜਦੋਂ ਘਰ ਵਿੱਚ ਕੋਈ ਗੁਜ਼ਰ ਜਾਂਦਾ ਹੈ, ਕੋਈ ਚਲਾ ਜਾਂਦਾ ਹੈ, ਤੇ ਉਹ ਜਿਹੜੀ ਸ਼ੋਕ ਦੀ ਅਵਸਥਾ ਨਾ, ਗ੍ਰਿਟ ਦੀ ਜਿਹੜੀ ਜਿਹਨੂੰ ਕਹਿੰਦੇ ਨੇ, ਕਿ ਉਹ ਅਵਸਥਾ ਆ ਜਾਂਦੀ, ਐਸੀ ਅਵਸਥਾ ਆ ਜਾਂਦੀ ਹੈ ਕਿ ਜਦੋਂ ਬੰਦਾ ਜਾਂ ਤੇ ਉਸ ਨੂੰ ਇੰਨਾ ਵੱਡਾ ਧੱਕਾ ਲੱਗਦਾ ਹੈ ਕਿ ਉਹ ਥੋੜੇ ਟਾਈਮ ਤੱਕ ਉਹ ਬਿਲਕੁਲ ਐਬਨੋਰਮਲ ਹੋ ਜਾਂਦਾ ਹੈ। ਤੇ ਕਈਆਂ ਦੇ ਜੀਵਨ ਦੇ ਵਿੱਚ ਐਸੀ ਅਵਸਥਾ ਆ ਜਾਂਦੀ ਹੈ ਕਿ ਉਹ ਪਰਸਿਸਟੈਂਟ ਚੱਲਦਾ ਹੈ। ਕਈਆਂ ਨੂੰ ਐਕਿਊਟ ਗ੍ਰਿਟ ਆਉਂਦਾ ਹੈ ਤੇ ਕਈਆਂ ਨੂੰ ਪਰਸਿਸਟੈਂਟ ਚੱਲਦਾ, ਲਗਾਤਾਰਤਾ ਦੇ ਨਾਲ ਉਹ ਸ਼ੋਕ ਵਿੱਚ ਰਹਿੰਦਾ। ਇਹ ਐਬਨੋਰਮੈਲਿਟੀ ਹੈ। ਇਸ ਸਾਰੀ ਅਵਸਥਾਵਾਂ ਦੇ ਵਿੱਚੋਂ ਇਹ ਪਾਵਨ ਬਾਣੀ ਸਾਨੂੰ ਕੱਢ ਕੇ ਲੈ ਕੇ ਜਾਂਦੀ ਹੈ ਔਰ ਸਾਨੂੰ ਰਿਐਲਿਟੀ ਦੇ ਨਾਲ ਜੋੜਦੀ ਹੈ। ਕਹਿੰਦੇ ਨੇ ਸਚਿਆਰ ਬਣਨਾ ਹੈ। ਸਚਿਆਰ ਦਾ ਮਤਲਬ ਹੈ ਸੱਚ ਨਾਲ ਜੁੜਨਾ, ਸਚਾਈ ਨੂੰ ਕਬੂਲ ਕਰ, ਰਿਐਲਿਟੀ ਨੂੰ ਕਬੂਲ ਕਰ। ਹਰ ਕਾ ਸਿਮਰਨ ਜੋ ਕਰੈ, ਕਬੀਰ ਸਾਹਿਬ ਕਹਿੰਦੇ ਨੇ
कि ਜਿਹੜਾ ਸਦੀਵੀ ਉਸ ਨੂੰ ਚੇਤਾ ਰੱਖਦਾ ਹੈ। ਸਿਮਰਨ ਦਾ ਮਤਲਬ ਹੁੰਦਾ ਚੇਤਾ ਰੱਖਣਾ, ਰੱਬ ਦੀ ਯਾਦ ਰੱਖਣੀ, ਰੱਬ ਜੀ ਦੇ ਸਿਧਾਂਤਾਂ ਨੂੰ ਯਾਦ ਰੱਖਣਾ, ਰੱਬ ਜੀ ਦੇ ਗੁਣਾਂ ਨੂੰ ਸਦੀਵੀ ਚੇਤਾ ਰੱਖਣਾ। ਹਰ ਇੱਕ ਕੰਡੀਸ਼ਨ ਦੇ ਵਿੱਚ, ਹਰ ਇੱਕ ਹਾਲਾਤਾਂ ਦੇ ਵਿੱਚ ਹਮੇਸ਼ਾ ਸਾਨੂੰ ਰੱਬ ਜੀ ਚੇਤਾ ਰਹਿਣ। ਕਿਤੇ ਮੈਂ ਓਵਰਜੋਇਡ ਤੇ ਨਹੀਂ ਹੋ ਰਿਹਾ, ਕੇਵਲ ਮੇਰੇ ਘਰ ਹੀ ਪੁੱਤਰ ਨਹੀਂ ਹੋਇਆ, ਸਾਰੀ ਦੁਨੀਆ ਦੇ ਘਰ ਹੋਇਆ। ਕੇਵਲ ਮੈਂ ਨਹੀਂ ਕਿ ਜਿੰਨੇ ਕੋਈ ਵੱਖਰਾ ਜਿਹੜਾ ਹੈ ਇਸ ਰੂਪ ਦੇ ਅੰਦਰ ਕੁਝ ਕੋਈ ਵੱਡਾ ਮਾਰਕਾ ਮਾਰਿਆ ਹੈ ਕਿ ਮੈਂ ਕੋਈ ਵੱਡੀ ਨੌਕਰੀ ਦੇ ਉੱਤੇ ਲੱਗ ਗਿਆ ਹਾਂ ਤੇ ਮੈਂ ਕਿਸੇ ਨੂੰ ਹੀਣਾ ਦਿਖਾਉਣ ਵਾਸਤੇ ਓਵਰਜੋਇਡ ਹੋ ਜਾਵਾਂ, ਮੈਂ ਸ਼ਰਾਬਾਂ ਦੇ ਦੌਰ ਚ ਲਾ ਦੇਵਾਂ, ਮੈਂ ਉਸ ਰੂਪ ਦੇ ਅੰਦਰ ਓਵਰਜੋਇਡ ਹੋ ਕੇ ਆਪਣਾ ਖੁਦ ਦਾ ਨੁਕਸਾਨ ਕਰ ਲਵਾਂ। ਨਹੀਂ, ਰਿਐਲਿਟੀ ਦੇ ਵਿੱਚ ਸਦੀਵੀ ਚੇਤਾ ਰੱਖ, ਦੁੱਖ ਦੇ ਵਿੱਚ ਵੀ ਤੇ ਸੁੱਖ ਦੇ ਵਿੱਚ ਵੀ। ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਉਹਦਾ ਸੰਸਾਰ, ਉਹਦਾ ਇੱਕ ਆਪਣਾ ਸੰਸਾਰ ਸੁਖੀ ਹੋ ਜਾਂਦਾ ਹੈ। ਆਤਮਕ ਮੰਡਲ ਦਾ ਜਿਹੜਾ ਸੰਸਾਰ ਹੈ, ਜਿਹੜਾ ਬੰਦਾ ਆਪਣੇ ਇੱਕ ਸੰਸਾਰ ਆਪਣਾ ਸਿਰਜ ਕੇ ਬੈਠਾ ਹੋਇਆ ਹੈ, ਜਿਹੜੀ ਇਹਦੀ ਮੈਂਟਲ ਸਟੇਟ ਹੈ, ਫਿਰ ਉਹ ਹੈਪੀਨੈਸ ਵਾਲੀ ਅਵਸਥਾ ਦੇ ਵਿੱਚ ਚਲੀ ਜਾਂਦੀ ਹੈ। ਇਤ ਉਤ ਕਥੈ ਨਾ ਡੋਲਈ, ਫਿਰ ਉਹ ਇੱਧਰ ਉਧਰ ਡੋਲਦਾ ਨਹੀਂ। ਉਹ ਮਨੁੱਖ ਹਮੇਸ਼ਾ, ਇਤ ਉਤ ਦਾ ਮਤਲਬ ਕਿ ਇਸ ਵੇਲੇ ਵੀ, ਇਸ ਸਮੇਂ ਦੇ ਅੰਦਰ ਵੀ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਡੋਲਦਾ ਨਹੀਂ, ਉਹ ਪ੍ਰੈਜ਼ੈਂਟ ਵਿੱਚ ਰਹਿੰਦਾ ਹੈ। ਉਹ ਸਮਝਦਾ ਇਸ ਗੱਲ ਨੂੰ। ਦੇਖੋ ਜਿਹੜੀ ਖਾਸ ਤੌਰ ਤੇ ਵਰੀਜ਼ ਹੁੰਦੀਆਂ ਨੇ ਨਾ ਸਾਡੀਆਂ, ਕਿ ਅਸੀਂ ਸੁਖੀ ਕਿਉਂ ਨਹੀਂ ਰਹਿ ਪਾਉਂਦੇ, ਸਾਡਾ ਸੰਸਾਰ ਜਿਹੜਾ ਹੈ, ਸਾਡਾ ਔਰਾ ਜਿਹੜਾ ਹੈ, ਸਾਡਾ ਪਰਸੋਨਾ ਜਿਹੜਾ ਹੈ, ਉਹ ਸੁਖੀ ਅਸੀਂ ਕਿਉਂ ਨਹੀਂ ਉਸਨੂੰ ਇੱਕ ਕਾਮ ਔਰ ਇੱਕ ਐਸੀ ਟਰੂਥਫੁਲਨੈਸ ਵਾਲੀ ਅਵਸਥਾ ਦੇ ਅੰਦਰ, ਜਾਂ ਅਸੀਂ ਉਸ ਨੂੰ ਹੈਪੀਨੈਸ ਵਾਲੀ ਉਸ ਅਵਸਥਾ ਦੇ ਅੰਦਰ ਨਹੀਂ ਰੱਖ ਪਾਉਂਦੇ। ਇਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਜਾਂ ਤੇ ਅਸੀਂ ਆਪਣੀ ਉਸ ਪਾਸਟ ਵਾਲੀ ਵਰਿਸ਼ ਦੇ ਨਾਲ ਜੁੜੇ ਹੁੰਦੇ ਹਾਂ, ਜਿਹਨੂੰ PTSD ਕਿਹਾ ਜਾਂਦਾ ਹੈ, ਜਿਹੜਾ ਸਾਡੀ ਪਾਸਟ ਵਿੱਚ ਵਰਿਸ਼ ਬੀਤ ਚੁੱਕੇ, ਉਹ ਵਰਿਸ਼ ਦੇ ਨਾਲ ਅਸੀਂ ਜੁੜੇ ਰਹਿੰਦੇ ਹਾਂ, ਉਹਨਾਂ ਚਿੰਤਾਵਾਂ ਦੇ ਨਾਲ ਜੁੜੇ ਰਹਿੰਦੇ ਆ ਵੀ ਮੇਰੇ ਨਾਲ ਉਹ ਭਾਣਾ ਵਾਪਰਿਆ ਸੀ, ਉਹਨੇ ਮੇਰੇ ਲਾਈਫ ਦੇ ਵਿੱਚ ਨਾ ਬਹੁਤ ਵੱਡਾ ਨੁਕਸਾਨ ਕੀਤਾ। ਉਹ ਤੇ ਵਾਪਰ ਗਿਆ, ਉਹ ਚਲਾ ਗਿਆ, ਉਹ ਟਾਈਮ ਬੀਤ ਗਿਆ, ਉਹ ਸਾਡਾ ਪਾਸਟ ਸੀਗਾ। ਜਾਂ ਤੇ ਅਸੀਂ ਪਾਸਟ ਵਿੱਚ ਰਹਿੰਦੇ ਹਾਂ ਤੇ ਜਾਂ ਅਸੀਂ ਫਿਊਚਰ ਦੀ ਉਸ ਆਉਣ ਵਾਲੀ ਸਮੱਸਿਆਵਾਂ, ਉਸ ਆਉਣ ਵਾਲੀ ਵਰਿਸ਼ ਤੋਂ ਡਰਦੇ ਰਹਿੰਦੇ ਹਾਂ ਕਿ ਜਿਹੜੀ ਸਾਡੀ ਆਉਣ ਵਾਲੀ ਵਰਿਸ਼ ਨੇ, ਆਉਣ ਵਾਲੀ ਜਿਹੜੀਆਂ ਚਿੰਤਾਵਾਂ ਨੇ, ਆਉਣ ਵਾਲੀ ਜਿਹੜੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਲੈ ਕੇ ਬੰਦਾ ਅੱਜ ਚਿੰਤਾ ਤੋਂ ਰਹਿੰਦਾ ਹੈ। ਇਹ ਕੁਝ ਵਰੀਜ਼ ਹੁੰਦੀਆਂ ਨੇ ਜਿਹੜੀ ਹਿਸਟੀਰੀਕਲ ਵਰੀਜ਼ ਹੁੰਦੀਆਂ ਨੇ, ਜਿੱਦਾਂ ਕਿ ਉਹ ਚੀਜ਼ਾਂ ਵਾਪਰਨੀਆਂ ਨਹੀਂ ਹੁੰਦੀਆਂ ਤੇ ਬੰਦਾ ਫਿਰ ਵੀ ਮਨ ਦੀ ਐਸੀ ਇੱਕ ਅਵਸਥਾ ਦੇ ਵਿੱਚ, ਮਨ ਦੀ ਸਟੇਟ ਨੂੰ ਲੈ ਜਾਂਦਾ ਹੈ ਕਿ ਉਹ ਦੁਖੀ ਰਹਿੰਦਾ ਹੈ ਹਮੇਸ਼ਾ। ਸਪੋਜ਼ ਕਰੋ ਕਿ ਕਈ ਬੰਦੇ ਹੁੰਦੇ ਨੇ ਜਿਹੜੇ ਕਿ ਪਲੇਨ ਦੇ ਵਿੱਚ ਜਾਂਦੇ ਨੇ ਤੇ ਮਨ ਦੇ ਵਿੱਚ ਪਹਿਲਾਂ ਹੀ ਆ ਜਾਂਦਾ ਵੀ ਪਲੇਨ ਕਿਤੇ ਡਿੱਗ ਨਾ ਜਾਵੇ, ਹਲੇ ਜਾਣਾ ਨਹੀਂ ਤੇ ਮਨ ਵਿੱਚ ਪਹਿਲਾਂ ਹੀ ਆ ਗਿਆ, ਮਨ ਵਿੱਚ ਆ ਗਿਆ ਮੈਂ ਸਮੁੰਦਰ ਵਿੱਚ ਜਾਵਾਂਗਾ ਕਿਤੇ ਮੈਨੂੰ ਸ਼ਾਰਕ ਨਾ ਖਾ ਜਾਵੇ। ਉਹ ਆਨੰਦ ਨਹੀਂ ਲੈ ਪਾਏਗਾ ਕਦੇ ਵੀ ਉਸ ਸਮੁੰਦਰ ਦੀ ਗਹਿਰਾਈ ਦਾ, ਸਰਫਿੰਗ ਦਾ, ਉਹ ਸਵਿਮਿੰਗ ਦਾ, ਉਹ ਕਦੇ ਉਸ ਸਮੁੰਦਰ ਦਾ ਆਨੰਦ ਨਹੀਂ ਲੈ ਪਾਏਗਾ। ਕਦੇ ਮੇਰੇ ਨਾਲ ਇਹ ਕੁਝ ਵਾਪਰ ਨਾ ਜਾਵੇ, ਜਿਹੜੀ ਘਟਨਾ ਵਾਪਰਨੀ ਹੀ ਨਹੀਂ, ਉਹਨਾਂ ਘਟਨਾਵਾਂ ਨੂੰ ਲੈ ਕੇ ਚਿੰਤਿਤ ਰਹਿਣਾ, ਇਹ ਵੀ ਇੱਕ ਮੈਂਟਲ ਸਟੇਟ ਹੈ ਮਨੁੱਖ ਦੀ, ਇਹ ਇੱਕ ਡਿਸਆਰਡਰ ਹੈ। ਕਿਤੇ ਸਾਨੂੰ ਇਹ ਪ੍ਰੋਬਲਮ ਤੇ ਨਹੀਂ, ਕਿਤੇ ਅਸੀਂ ਐਸੀ ਕੰਡੀਸ਼ਨ ਦੇ ਵਿੱਚ ਤੇ ਨਹੀਂ ਰਹਿੰਦੇ ਕਿ ਅਸੀਂ ਐਸੀ ਚਿੰਤਾਵਾਂ ਦੇ ਵਿੱਚ ਫਸੇ ਰਹੀਏ ਲਗਾਤਾਰਤਾ ਦੇ ਨਾਲ। ਐਸਾ ਬੰਦਾ ਸੁਖੀ ਕਿਵੇਂ ਰਹਿ ਸਕਦਾ ਹੈ? ਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ, ਯਾਦ ਰੱਖ ਕਬੀਰ ਹਰ ਕਾ ਸਿਮਰਨ ਜੋ ਕਰੇ। ਜੇ ਸਦੀਵੀ ਚੇਤਾ ਰੱਖੇਗਾ ਨਾ, ਰਾਤ ਦਿਨ ਚੇਤਾ ਰੱਖੇਗਾ, ਸੋ ਸੁਖਿਆ ਸੰਸਾਰ, ਫਿਰ ਤੇਰਾ ਸੰਸਾਰ ਜਿਹੜਾ ਹੈ, ਤੇਰਾ ਜੀਵਨ ਜਿਹੜਾ ਹੈ, ਉਹ ਸੁਖੀ ਹੋਵੇਗਾ, ਉਹ ਆਨੰਦ ਭਰਪੂਰ ਹੋਵੇਗਾ, ਉਹ ਖੇੜੇ ਦੇ ਨਾਲ ਭਰਿਆ ਹੋਵੇਗਾ। ਫਿਰ ਇਹ ਨਹੀਂ ਚਾਹਤ ਹੋਵੇਗੀ ਕਿ ਮੈਨੂੰ ਸਵਰਗ ਵਿੱਚ ਜਾਵਾਂ ਤਾਂ ਮੈਨੂੰ ਉੱਥੇ ਉਹ ਜਿਹੜੀ ਉਹ ਉੱਥੇ ਹੀ ਜਾ ਕੇ ਮੈਨੂੰ ਆਨੰਦ ਮਿਲੇਗਾ, ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲੇਗੀ, ਐਦਾਂ ਨਹੀਂ ਹੋਵੇਗਾ। ਫਿਰ ਉਹ ਆਪਣੇ ਉਸ ਅਵਸਥਾ ਨੂੰ ਸਮਝੇਗਾ ਕਿ ਕਿਸ ਰੂਪ ਦੇ ਅੰਦਰ ਉਹ ਉਸ ਅਵਸਥਾ ਦੇ ਨਾਲ ਜੁੜ ਕੇ, ਉਹ ਸੋਚ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਅੰਦਰ ਸੁੱਖ ਲੈ ਕੇ ਆ ਸਕਦਾ ਹੈ। ਇਤ ਉਤ ਕਥੈ ਨਾ ਡੋਲਹੀ ਜਿਸ ਰਾਖੈ ਸਿਰਜਨਹਾਰ। ਫਿਰ ਉਹ ਇੱਧਰ ਉੱਧਰ ਕਦੇ ਵੀ ਉਸ ਅਵਸਥਾ ਦੇ ਅੰਦਰ ਡੁੱਲੇਗਾ ਨਹੀਂ, ਉਸ ਸੋਚ ਦੇ ਅੰਦਰ ਡੁੱਲੇਗਾ ਨਹੀਂ। ਇਸ ਤੋਂ ਅਗਲੇ ਦੀ ਜਿਹੜਾ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ ਪਾਵਨ ਬਚਨ, ਕਬੀਰ ਕਹਾਣੀ ਪੀੜ ਤੇ ਸਤਗੁਰ ਲਿਏ ਛਡਾਏ, ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਸਾਹਿਬ ਜੀ ਦੇ ਬਾਰੇ
ਇਹ ਪਾਵਨ ਦੇ ਦੁਆਰਾ ਰਚੇ ਹੋਏ ਪਾਵਨ ਬੋਲ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ, ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਜਿਹੜੀ ਆਸ਼ਾਵਾਂ ਨੇ, ਡਿਜ਼ਾਇਰਸ ਨੇ, ਜਿਹੜੀਆਂ ਸੋਚਾਂ ਨੇ, ਜਿਹੜੀਆਂ ਤ੍ਰਿਸ਼ਨਾਵਾਂ ਨੇ, ਉਹਦੀ ਕਹਾਣੀ ਵਿੱਚ ਪੀੜੇ ਜਾ ਰਹੇ ਨੇ, ਜਿਵੇਂ ਕੋਲੂ ਵਿੱਚ ਤਿਲ ਪੀੜੀਦਾ ਹੈ। ਕੋਲੂ ਵਿੱਚ ਤੁਸੀਂ ਦੇਖਿਆ ਹੋਣਾ ਤਿਲ ਨੂੰ ਕਿਵੇਂ ਪੀੜਿਆ ਜਾਂਦਾ ਹੈ, ਬਜ਼ੁਰਗਾਂ ਨੇ ਦੇਖਿਆ ਹੋਣਾ, ਕੋਲੂ ਵੇਖਿਆ ਹੋਣਾ ਕਿ ਕਿੱਦਾਂ ਤਿਲਾਂ ਦਾ ਤੇਲ ਨਿਕਲਦਾ ਹੈ। ਬਸ ਇੰਨੀ ਮਨ ਦੀ ਐਸੀ ਖਤਰਨਾਕ ਕੰਡੀਸ਼ਨ ਹੁੰਦੀ ਹੈ ਜੀ। ਜਿਹੜਾ ਬੰਦਾ ਇਹਨਾਂ ਆਸ਼ਾਵਾਂ ਦੇ ਵਿੱਚ ਹੁੰਦਾ ਹੈ ਨਾ, ਰੋਜ਼ਾਨਾ ਐਸੇ ਢੰਗ ਦੇ ਨਾਲ ਪੀੜਿਆ ਜਾਂਦਾ ਹੈ, ਰੋਜ਼ਾਨਾ ਪੀੜਿਆ ਜਾਂਦਾ ਹੈ ਇਹਨਾਂ ਡਿਜ਼ਾਇਰਸ ਦੇ ਅਧੀਨ ਹੋ ਕੇ। ਕਿਸੇ ਦੇ ਬੱਚੇ ਨੂੰ ਕਾਮਯਾਬ ਹੁੰਦਾ ਦੇਖ ਕੇ ਨਾ ਮਨ ਤੜਫ ਉੱਠਦਾ, ਫਿਰ ਕਹਾਣੀ ਪੀੜ ਦਿੰਦੀ ਹੈ ਅੰਦਰੋਂ ਆਸ਼ਾ ਦੀ, ਮੇਰਾ ਬੱਚਾ ਕਿਉਂ ਨਹੀਂ ਕਰ ਸਕਿਆ। ਕਿਸੇ ਦੇ ਬੱਚੇ ਦੇ ਗੁਣ ਨੂੰ ਦੇਖ ਕੇ ਨਾ ਫਿਰ ਮਨ ਦੇ ਅੰਦਰ ਇਹ ਆਸ ਆਉਂਦੀ ਹੈ, ਮੇਰਾ ਬੱਚਾ ਕਿਉਂ ਨਹੀਂ ਹੋਇਆ ਐਸਾ। ਪੀੜ ਦਿੱਤਾ ਜਾਂਦਾ ਆਸ਼ਾ ਨੇ, ਇਸ ਆਸ਼ਾ ਨੇ। ਭਾਈ ਜੋ ਕੁਛ ਹੈ ਉਹਦੇ ਨਾਲ ਸਹਿਮਤ ਹੋ, ਜੋ ਕੁਝ ਤੈਨੂੰ ਤੌਫੀਕ ਉਹਦੇ ਨਾਲ ਖੁਸ਼ ਹੋ, ਸਹਿਮਤ ਹੋ, ਯਤਨ ਕਰ ਅੱਗੇ ਆਉਣ ਵਾਲੇ ਸਮੇਂ ਦੇ ਵਾਸਤੇ। ਨਹੀਂ ਤੇ ਮਨ ਦੀ ਅਵਸਥਾ ਬੜੀ ਬੇਰਹਿਮ ਅਵਸਥਾ ਹੋ ਜਾਂਦੀ ਹੈ, ਔਰ ਐਸੀ ਹਾਲਾਤ ਹੋ ਜਾਂਦੀ ਹੈ ਜਿਸ ਦਾ ਬਿਆਨ ਕਬੀਰ ਸਾਹਿਬ ਕਰਦੇ ਨੇ ਕਿ ਕਹਾਣੀ ਪੀੜ ਤੇ ਕੋਲੂ ਦੇ ਤਿਲਾਂ ਦੇ, ਜਿਵੇਂ ਕੋਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਏਦਾਂ ਪੀੜਿਆ ਜਾਵੇਗਾ। ਇਹਨਾਂ ਡਿਜ਼ਾਇਰਸ ਦੇ ਵਿੱਚ ਫਸ ਕੇ, ਇਹਨਾਂ ਆਸ਼ਾਵਾਂ ਦੇ ਵਿੱਚ ਫਸ ਕੇ ਜੇ ਆਪਣੀ ਲਾਈਫ ਨੂੰ ਉਸ ਰੂਪ ਦੇ ਅੰਦਰ ਗੁਰ ਸ਼ਬਦ ਨਾਲ ਔਰ ਉਹਦੇ ਸਿਮਰਨ ਦੇ ਨਾਲ ਨਹੀਂ ਜੋੜਿਆ, ਕਹਿੰਦੇ ਨੇ ਸਤਿਗੁਰ ਲੀਏ ਛਡਾਏ। ਹਾਂ, ਜੇ ਕਿਤੇ ਉਹ ਸਤਿਗੁਰੂ ਜੀ ਤੇਰੇ ਜੀਵਨ ਵਿੱਚ ਆ ਜਾਣ, ਸਤਿਗੁਰੂ ਪਾਤਸ਼ਾਹ ਜੀ, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ, ਗੁਰੂ ਸਾਹਿਬ ਜੀ ਦਾ ਪਾਵਨ ਫਲਸਫਾ, ਪਾਵਨ ਆਈਡੀਓਲੋਜੀ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸਕੂਲ ਆਫ ਥਾਟ ਜੇ ਕਿਤੇ ਬੰਦੇ ਦੀ ਲਾਈਫ ਦੇ ਅੰਦਰ ਆ ਜਾਵੇ ਤੇ ਉਹ ਇਹਦੇ ਨਾਲ ਆਪਣੇ ਆਪ ਨੂੰ ਟਿਊਨ ਕਰ ਲਵੇ ਇਸ ਪਾਵਨ ਸ਼ਬਦ ਦੇ ਨਾਲ ਆਪਣੇ ਆਪ ਨੂੰ। ਤੇ ਜਿਸ ਦਿਨ ਇਹਦੇ ਨਾਲ ਇਹਦੀ ਟਿਊਨਿੰਗ ਹੋ ਗਈ ਨਾ, ਕਹਿੰਦੇ ਜਦੋਂ ਸ਼ਬਦ ਦੇ ਨਾਲ ਟਿਊਨਿੰਗ ਹੋ ਜਾਂਦੀ ਹੈ, ਸ਼ੁਭ ਗੁਣਾਂ ਦੇ ਨਾਲ ਟਿਊਨਿੰਗ ਹੋ ਜਾਂਦੀ ਹੈ, ਤੇ ਫਿਰ ਅੰਦਰਲੀ ਜਿਹੜੀ ਸਾਡੀ ਖੁਰਾਕ ਹੈ ਉਹ ਸਾਨੂੰ ਮਿਲਣੀ ਸ਼ੁਰੂ ਹੁੰਦੀ ਹੈ। ਅੰਦਰ ਖੁਰਾਕ ਜਿਹੜੀ ਹੈ, ਜੇ ਸੱਚ ਦੀ ਖੁਰਾਕ ਹੋਵੇਗੀ ਤੇ ਸੱਚ ਹੀ ਮਿਲੇਗਾ। ਜੇ ਅੰਦਰ ਸੰਤੋਖ ਦੀ ਖੁਰਾਕ ਹੋਵੇਗੀ, ਕੰਟੈਂਟਮੈਂਟ ਦੀ ਖੁਰਾਕ ਹੋਵੇਗੀ ਤੇ ਸਾਨੂੰ ਸੰਤੋਖ ਮਿਲੇਗਾ। ਜੇ ਅੰਦਰ ਸਾਡੇ ਪ੍ਰੇਮ ਦੀ ਖੁਰਾਕ ਹੋਵੇਗੀ ਤੇ ਸਾਨੂੰ ਪ੍ਰੇਮ ਮਿਲੇਗਾ। ਤੇ ਇਹ ਸਾਰਾ ਕੁਝ ਮਿਲੇਗਾ ਉਦੋਂ ਜਦੋਂ ਅਸੀਂ ਗੁਰੂ ਸ਼ਬਦ ਦੇ ਨਾਲ ਜੁੜਾਂਗੇ। ਸਤਿਗੁਰ ਲੀਏ ਛਡਾਏ, ਜੇ ਐਸੀ ਅਵਸਥਾ ਦੇ ਵਿੱਚ ਅਸੀਂ ਨਹੀਂ ਜਾਣਾ ਚਾਹੁੰਦੇ ਜਿੱਥੇ ਕਿ ਸਾਨੂੰ ਕੋਈ ਡਿਪਰੈਸਡ ਇਨਸਾਨ ਆਖੇ, ਜੇ ਐਸੀ ਅਵਸਥਾ ਵਿੱਚ ਨਹੀਂ ਜਾਣਾ ਚਾਹੁੰਦੇ ਕਿ ਸਾਰੇ ਫੋਰਸ ਚਿੰਬੜ ਜਾਣ, ਜੇ ਐਸੀ ਅਵਸਥਾ ਵਿੱਚ ਨਹੀਂ ਜਾਣਾ ਚਾਹੁੰਦੇ ਕਿ ਅਸੀਂ ਸਕ੍ਰਿਜ਼ੋਫਰੈਨਿਕ ਹੋ ਜਾਈਏ, ਜਾਂ ਕਿਤੇ ਉਸ ਅਵਸਥਾ ਦੇ ਵਿੱਚ ਰੱਬ ਨਾ ਕਰੇ ਕਿ ਸਾਨੂੰ ਜਾਣਾ ਪਵੇ ਜਿੱਥੇ ਕਿ ਆਮ ਅਵਸਥਾਵਾਂ ਦੇ ਅੰਦਰ ਸਾਨੂੰ ਮੈਂਟਲ ਡਿਸਆਰਡਰਸ ਤੇ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਪਲਿਕੇਸ਼ਨਸ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ, ਤੇ ਉਹਦੇ ਵਾਸਤੇ ਸਾਨੂੰ ਆਪਣੀ ਲਾਈਫ ਸਟਾਈਲ ਚੇਂਜ ਕਰਨੀ ਪਵੇਗੀ ਔਰ ਉਹ ਲਾਈਫ ਸਟਾਈਲ ਅਪਣਾਣੀ ਪਵੇਗੀ ਜੋ ਸਾਨੂੰ ਸਤਿਗੁਰ ਪਾਤਸ਼ਾਹ ਜੀ ਨੇ ਦਿੱਤੀ ਹੈ, ਬਖਸ਼ੀ ਹੈ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਹਿੰਦੇ ਨੇ ਕਿ ਜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ੁਭ ਗੁਣਾ, ਉਹਨਾਂ ਦੇ ਚਰਨਾਂ ਨਾਲ ਜੋ ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ ਨਾ, ਤੇ ਉਹ ਪਿਆਰ ਜੋ ਜੁੜਿਆ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਆਣ ਸਹਿ ਦੇ ਅੰਦਰ ਉਹ ਪਿਆਰ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੈ ਕਾਢ ਪੀਐ ਪਨਹਾਰੀ। ਅੰਦਰ ਤੇ ਖੂਹ ਹੈ ਪਿਆਰ ਦਾ, ਅੰਦਰ ਖੂਹ ਹੈ ਇਹਨਾਂ ਸਾਰੇ ਗੁਣਾਂ ਦਾ, ਸਾਡੇ ਅੰਦਰ ਹੀ ਹੈ ਸਾਰਾ ਕੁਝ। ਬਸ ਉਸ ਨੂੰ ਸ਼ਬਦੈ ਕਾਢ ਪੀਐ ਪਨਹਾਰੀ। ਜਿੱਦਾਂ ਹੈਂਡਪੰਪ ਵਿੱਚ ਪਾਣੀ ਚਲਾ ਜਾਂਦਾ ਹੈ, ਮਾੜਾ ਜਿਹਾ ਇੰਡੀਆ ਤੁਸੀਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਅੰਦਰ ਹੈਂਡਪੰਪ ਪਾਣੀ ਥੱਲੇ ਚਲਾ ਜਾਂਦਾ ਸੀ, ਉਹ ਤੋਂ ਮਾੜਾ ਜਿਹਾ ਪਾਣੀ ਪਾਉਂਦੇ ਸੀ, ਫਿਰ ਮਾਰਦੇ ਸੀ, ਗੇੜਦੇ ਸੀ, ਫਿਰ ਉਹ ਪਾਣੀ ਆ ਜਾਂਦਾ ਸੀਗਾ। ਏਦਾਂ ਹੀ ਹੈ ਕਿ ਬਾਹਰੀ ਤੌਰ ਤੇ ਜਦੋਂ ਅਸੀਂ ਸੰਗਤੀ ਤੌਰ ਤੇ ਸ਼ਬਦ ਨਾਲ ਜੁੜਦੇ ਹਾਂ, ਆ ਸਾਰੀਆਂ ਚੀਜ਼ਾਂ ਸਾਡੇ ਅੰਦਰ ਨੇ, ਮੌਜੂਦ ਨੇ ਸਾਡੇ ਅੰਦਰ ਪੋਸੀਬਿਲਿਟੀ ਹੈ ਸਾਰੀ ਦੀ ਸਾਰੀ। ਪਰ ਜਦੋਂ ਅਸੀਂ ਸ਼ਬਦ ਨਾਲ ਜੁੜ ਜਾਂਦੇ ਹਾਂ ਨਾ, ਤੇ ਫਿਰ ਆ ਜਿਹੜਾ ਅੰਦਰਲਾ ਖਜ਼ਾਨਾ ਹੈ ਉਹ ਮੁੜ ਕੇ ਸੁਰਖਰੂ ਹੋ ਜਾਂਦਾ ਬੰਦਾ ਉਹਦੇ ਨਾਲ, ਔਰ ਜੁੜ ਜਾਂਦਾ ਹੈ ਉਹਦੇ ਨਾਲ, ਔਰ ਆਤਮਸਾਤ ਕਰ ਲੈਂਦਾ ਉਹਦੇ ਨਾਲ, ਟਿਊਨਿੰਗ ਉਹਦੀ ਹੋ ਜਾਂਦੀ ਹੈ ਉਹਦੇ ਨਾਲ, ਔਰ ਉਹਦੇ ਜੀਵਨ ਦੇ ਅੰਦਰ ਆ ਜਿਹੜੇ ਵਿਕਾਰ ਨੇ, ਆ ਜਿਹੜੀਆਂ ਆਸ਼ਾਵਾਂ ਹੇਠ ਨੱਪਿਆ ਹੋਈ ਉਹਦੀ ਕੌਨਸ਼ੀਅਸ ਹੈ, ਇਸ ਤੋਂ ਉੱਠ ਜਾਂਦਾ ਹੈ। ਸਤਿਗੁਰ ਦੀ ਮਿਹਰ ਉੱਤੇ ਉੱਠ
ਜਾਂਦਾ ਹੈ ਉਹ ਸਤਿਗੁਰ ਦੇ ਸਿਮਰਨ ਯਾਨੀ ਕਿ ਉਹਨਾਂ ਨੂੰ ਸਦੀਵੀ ਉਹਨਾਂ ਸ਼ੁਭ ਗੁਣਾਂ ਨੂੰ ਯਾਦ ਕਰਨ ਦੇ ਨਾਲ ਉਹਦੇ ਹਿਰਦੇ ਦੇ ਅੰਦਰ ਫਿਰ ਮੁੜ ਕੇ ਉਹ ਅਵਸਥਾ, ਉਹ ਚਮਕ ਆ ਜਾਂਦੀ ਹੈ, ਉਹ ਅਵਸਥਾ ਆ ਜਾਂਦੀ ਹੈ, ਉਹ ਮੁਰਾਤਬਾ ਆ ਜਾਂਦਾ ਹੈ, ਉਹ ਮੈਂਟਲ ਸਟੇਟ ਬਣ ਜਾਂਦੀ ਹੈ ਜਿੱਥੇ ਸਾਨੂੰ ਕਬੀਰ ਜੀ ਲੈ ਕੇ ਜਾਣ ਔਰ ਜੇ ਚਾਹੁੰਦੇ ਨੇ ਕਿ ਆ ਸਾਰੀ ਮਨੁੱਖਤਾ ਦਾ ਭਲਾ ਹੋਵੇ ਔਰ ਇਹ ਸਾਰੀ ਮਨੁੱਖਤਾ ਇਸ ਸ਼ਾਂਤ ਚਿੱਤ ਅਵਸਥਾ ਦੇ ਨਾਲ ਜੁੜ ਕੇ ਇਸ ਜਗਤ ਦਾ ਕੁਛ ਚੰਗਾ ਕਰ ਸਕੇ, ਇਸ ਜਗਤ ਦੇ ਅੰਦਰ ਕੋਈ ਭਲਾਈ ਵਾਲਾ ਕਰਮ ਕਰ ਸਕੇ, ਇਸ ਜਗਤ ਦੇ ਅੰਦਰ ਕੋਈ ਸੱਚਾਈ ਵਾਲਾ ਕਰਮ ਕਰ ਸਕੇ। ਸੋ ਇਸ ਪਾਵਨ ਸ਼ਲੋਕਾਂ ਦੀ ਵਿਚਾਰ ਜੋ ਅੱਜ ਅਸੀਂ ਸਾਂਝੀ ਕੀਤੀ ਹੈ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਜੀ। ਬੋਲਦੇ ਹਾਂ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਸੇ ਜਾਣ ਕੇ ਖਿਮਾ ਕਰਨਾ ਜੀ। ਸਮੂਹ ਮੈਂਬਰਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।